हाँ जी, सब तो पहला तो जी अस्सलामुअलैकुम, सत श्री अकाल। किद्दां जी सारे वीर। उम्मीद करदा कि सारे वधिया होवोगे। रब सारिਆਂ ਦੇ ਉੱਤੇ ਆਪਣੀ ਮਿਹਰ ਕਰੇ ਜੀ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਸਾਰੀ ਪੰਜਾਬੀ ਬੈਸਟ ਫਾਰ ਐਵਰ ਦੀ ਟੀਮ ਜੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਇੱਕ ਨਵੀਂ ਵੀਡੀਓ ਲੈ ਕੇ। ਵੀਡੀਓ ਸਾਡੀ ਵਾਵਾ ਦਿਨਾਂ ਤੋਂ ਬਾਅਦ ਆ ਰਹੀ ਹੈ ਕਿਉਂਕਿ ਰਾਣਾ ਸਾਹਿਬ ਸਾਡੇ ਹੱਥੀ ਕੋਈ ਨਹੀਂ ਆਂਦੇ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜਨਾਬ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਦਾ ਵੀ ਜਿਨ੍ਹਾਂ ਨੇ ਅੱਜ ਕਿਸੇ ਤਰ੍ਹਾਂ ਕਾਬੂ ਕੂਬੂ ਕਰਕੇ ਨਾ ਤੇ ਇਹਨਾਂ ਨੂੰ ਵੀਡੀਓ ਦੇ ਵਿੱਚ ਲੈ ਜਾਂਦਾ। ਰਾਣਾ ਸਾਹਿਬ ਦੀ ਮਸਰੂਫੀਅਤ ਅੱਜ ਕੱਲ੍ਹ ਜੀ ਬਹੁਤ ਜ਼ਿਆਦਾ ਆ ਤੇ ਦੂਜੀ ਗੱਲ ਇਹ ਆ ਵੀ ਰਾਣਾ ਸਾਹਿਬ ਦਾ ਮੋਬਾਈਲ ਵੀ ਖੋਇਆ ਗਿਆ ਸੀ, ਚੋਰੀ ਹੋ ਗਿਆ। ਇੱਥੇ ਇਕੱਲੇ ਹੀ ਪਏ ਸੀ ਕਿਧਰੇ। ਅੱਜ ਉਹ ਵੀ ਗੱਲ ਇਹਨਾਂ ਤੋਂ ਪੁੱਛਾ ਦੱਸਾਂਗੇ ਤੇ ਦੂਜੀ ਈਦ ਦੇ ਬਾਰੇ 'ਚ ਕੋਈ ਗੱਲਬਾਤ ਕਰਾਂਗੇ ਤੁਹਾਡੇ ਨਾਲ। ਤੇ ਰਾਣਾ ਸਾਹਿਬ ਸਾਨੂੰ ਜੀ ਅੱਜ ਫੇਰ ਚਾਹ ਬਣਾ ਕੇ ਪਿਲਾਣਗੇ ਆਪਣੇ ਹੱਥਾਂ ਦੇ ਨਾਲ। ਉਹ ਪਾਣੀ ਪਹਿਲਾਂ ਪਕਾ ਕੇ ਤੇ ਪੱਤੀ ਪਾ ਕੇ ਤੇ ਸਾਰੀ ਤੇ ਟੀਮ ਦਾ ਤਾਰਫ ਪਹਿਲਾਂ ਵੀ ਤੁਹਾਡੇ ਨਾਲ ਹੈਗਾ ਆ, ਫਿਰ ਵੀ ਮੈਂ ਕਰਾਉਂਗਾ ਜ਼ਰੂਰ ਕਿ ਜਨਾਬ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ, ਮਾਰ ਅਰਫਾਨ ਵਸਲੀ ਸਾਹਿਬ, ਅਸਲਮ ਖਾਨ ਵਕਾਰ ਸਾਹਿਬ ਤੇ ਜੱਗਾ ਬੋਰਡ। ਇਹ ਉਹ ਜੱਗਾ ਆ ਜਿਹੜਾ ਬੋਰਡ ਦੀ ਛਾਵੇਂ ਜੰਮਿਆ ਸੀਗਾ ਨਾ। ਤੇ ਜੱਗਾ ਤੇਰਾ ਅਸਲੀ ਨਾਮ ਸਿੱਧਾ ਨਾਮ ਕੀ ਆ? ਮੁਹੰਮਦ ਅਮਜਦ। ਹਾਂ, ਕਿਉਂਕਿ ਇੱਥੇ ਇਹ ਮਸ਼ਹੂਰ ਆ ਜੀ ਬੜਾ ਜੱਗੇ ਦੇ ਨਾਮ ਤੋਂ, ਤੇ ਕਈ ਦੋਸਤ ਵੀਰ ਗੁੱਸਾ ਵੀ ਕਰ ਜਾਂਦੇ ਆ ਵੀ ਤੁਸੀਂ ਪੁੱਠਾ ਨਾਮ ਲਿਆ। ਤੇ ਇਹਨਾਂ ਦਾ ਜੀ ਸਹੀ ਨਾਮ ਹੈਗਾ ਮੁਹੰਮਦ ਅਮਜਦ। ਤੇ ਸਾਡੇ ਨਾਲ ਇੱਕ ਹੋਰ ਬੜੀ ਸ਼ਖਸੀਅਤ ਹੈ ਅੱਜ ਜਨਾਬ ਜੀ ਰੋਪੜ ਤੋਂ, ਰੋਪੜੀਆਂ ਜਾਣਦੇ ਹੋਣੇ ਆ। ਪਿੱਛੇ ਵੀ ਉਧਰ ਵੀ ਪਿੰਡ ਹੈਗਾ ਆ ਰੋਪੜ, ਉੱਥੋਂ ਹੀ ਜਿਹੜੇ ਲੋਕ ਉਧਰੋਂ 47 ਦੇ ਵਿੱਚ ਇੱਧਰ ਆਏ ਸੀ ਤੇ ਇੱਥੇ ਆ ਕੇ ਉਹਨਾਂ ਨੇ ਪਿੰਡ ਰੋਪੜੀਆਂ ਬਣਾਇਆ ਸੀ। ਕਈਆਂ ਡਾਕਟਰ ਸਾਹਿਬ, ਹਾਂਜੀ। ਤੇ ਡਾਕਟਰ ਸਾਹਿਬ ਦਾ ਨਾਮ ਜੀ ਅਬਦੁਲ ਮਨਾਨ ਸਾਹਿਬ ਜੀ। ਠੀਕ ਹੈ ਜੀ, ਇਹਨਾਂ ਤੋਂ ਵੀ ਅਸੀਂ ਅੱਜ ਮੁਸਤਫੀਦ ਹੋਵਾਂਗੇ ਤੇ ਮੁਹੰਮਦ ਅਮਜਦ ਸਾਹਿਬ ਤੋਂ ਜੀ ਅਸੀਂ ਅੱਜ ਕੋਈ ਪੰਜਾਬੀ ਦੇ ਗਾਣੇ ਵੀ ਸੁਣਾਂਗੇ। ਤੇ ਰਾਣਾ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡਾ ਮੋਬਾਈਲ ਕਿੱਦਾਂ ਚੋਰੀ ਹੋਇਆ ਤੇ ਕਿਵੇਂ ਹੋ ਗਿਆ ਸੀ? ਅੱਛਾ, ਮੋਬਾਈਲ ਦਾ ਤੇ ਇਹ ਹੈ ਕਿ ਨਾ ਆਮ ਰੂਟੀਨ ਨੇ ਤਾਂ ਅਰਫਾਨ ਵੀ ਕਈ ਵਾਰੀ ਕਾਫੀ ਲੇਟ ਜਾਂਦਾ ਵਾ ਇੱਥੋਂ। ਤੇ ਹਬੀਬ ਸਾਹਿਬ ਤੇ ਦਰਵਾਜ਼ਾ ਮੈਂ ਲਾ ਲੈਣਾ ਹੁੰਦਾ। ਉਸ ਦਿਨ ਅਰਫਾਨ ਵੀ ਕੋਈ ਨਹੀਂ ਇੱਥੇ ਆਇਆ ਸੀ ਤੇ ਹਬੀਬ ਸਾਹਿਬ ਵੀ ਉਸ ਦਿਨ ਕੋਈ ਨਹੀਂ ਸੀ ਇੱਥੇ। ਅੱਛਾ, ਮੈਂ ਉਸ ਦਿਨ ਇਕੱਲਾ ਹੀ ਸੀ ਤੇ ਮੈਂ ਅਸਲ 'ਚ ਮੇਰੇ ਕਜ਼ਨ ਤੇ ਸੱਟ ਲੱਗੀ ਸੀ। ਅਸਲ 'ਚ ਵੀਡੀਓ ਨਾ ਬਣਨ ਦੀ ਇੱਕ ਵਜ੍ਹਾ ਜਿਹੜੀ ਹੈ ਨਾ ਗੁਲਾਮ ਮਹੀਉਦੀਨ ਦੇ। ਤੇ ਉਹਨੂੰ ਉਸ ਦਿਨ ਹਸਪੀਟਲ ਲੈ ਕੇ ਗਏ ਸੀ ਤੇ ਬਸ ਥੱਕੇ ਹੋਏ ਸੀ ਤੇ ਮੈਂ ਨਾ ਇਸ ਤਰ੍ਹਾਂ ਹੀ ਨਾਸਰ ਢਿੱਲੋਂ ਦਾ ਵਲਾਗ ਸੁਣਦੇ ਨਾ ਸੌਂ ਗਿਆ। ਮੈਂ ਅਗਲਾ ਦਵਾਂ ਤੇ ਉਹਨੀ ਮੈਂ ਲਗਾ ਦਿੰਦਾ ਵਾ। ਅੱਛਾ, ਹਾਂ। ਤੇ ਉਹ ਕੋਈ ਸਾਹਿਬ ਅੱਲਾ ਦੇ ਬੰਦੇ ਆਏ, ਉਹਨਾਂ ਨੇ ਦੇਖਿਆ ਕਿ ਮੋਬਾਈਲ ਚੱਲ ਰਿਹਾ ਵਾ, ਬੰਦਾ ਸੁੱਤਾ ਪਿਆ ਵਾ। ਉਹ ਮੋਬਾਈਲ ਲੈ ਗਏ। ਅੱਛਾ, ਹਾਂ। ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਾ? ਬਲਕਿ ਉਹ ਉਸ ਤੋਂ ਬਾਅਦ ਇੱਕ ਮੁਸਾਫਰ ਦਾ ਬੰਦਾ ਸੀ, ਉਹਨੂੰ ਕੋਈ ਇੱਕ ਅਜ਼ੀਜ਼ ਇੱਥੇ ਛੱਡ ਕੇ ਉਹ ਨਾਲ ਸੁੱਤਾ ਪਿਆ ਸੀ। ਮੇਰੀ 12:30 ਵਜੇ ਅੱਖ ਖੁੱਲੀ। ਮੈਂ ਦੇਖਿਆ, ਮੈਂ ਕਿਹਾ ਬੰਦਾ ਅਜਨਬੀ ਜਿਹਾ ਜਿਹੜਾ ਵਾ ਨਾ ਪਿਆ ਵਾ। ਪਹਿਲੇ ਤਾਂ ਮੈਂ ਸਰ ਉਸ ਕਿਉਂਕਿ ਮੈਂ ਪਿਛਲੀ ਰਾਤ ਦਾ ਨੀਂਦਾ ਸੀ ਤੇ ਪਹਿਲੇ ਮੈਂ ਸਮਝਿਆ ਵੀ ਮੈਂ ਕਿਹਾ ਜੱਗੇ ਦੀ ਦਾੜੀ ਛੋਟੀ ਹੋ ਗਈ ਵੀ ਇਹ ਸੁੱਤਾ ਹੈ। ਬਾਅਦ ਵਿੱਚ ਮੈਂ ਗੌਰ ਕੀਤਾ ਕਿ ਬੰਦਾ ਜੱਗਾ ਨਹੀਂ, ਇਹ ਤਾਂ ਹੋਰ ਆ। ਹੈਂ, ਨੀਂਦ ਉਸ ਦਿਨ ਮੈਨੂੰ ਬੜੀ ਜਿਹੜੀ ਹੈ ਨਾ, ਬਲਕਿ ਉਸ ਦਿਨ ਮੈਂ ਚਾਹ ਵੀ ਇਹਨੇ ਮੈਨੂੰ ਚਾਹ ਪਿਲਾਈ। ਮੈਨੂੰ ਚਾਹ ਦਾ ਟੇਸਟ ਦਾ ਪਤਾ ਵਾ, ਲੇਕਿਨ ਮੈਂ ਪਹਿਲੀ ਦਫਾ ਲੈ ਕੇ ਮੈਂ ਬਰਤਨ ਨਹੀਂ ਕੋਲ ਰੱਖਦਾ। ਉਸ ਦਿਨ ਮੈਂ ਬਰਤਨ ਵੀ ਨਾ ਉੱਥੇ ਚਾਹ ਵਾਲਾ ਕੱਪ ਵੀ ਮੰਜੇ ਤੇ ਰੱਖਿਆ ਤੇ ਸੌਂ ਗਿਆ। ਤੇ ਮੈਂ ਕਿਹਾ ਬੰਦਾ, ਉਹਨੂੰ ਮੈਂ ਕਿਹਾ ਵੀ ਤੂੰ ਕੌਣ ਆ? ਉਹਨੇ ਕਿਹਾ ਜੀ ਮੈਨੂੰ ਫਲਾਂ ਬੰਦਾ ਜਿਹੜਾ ਨਾ ਛੱਡ ਗਿਆ। ਮੈਂ ਕਿਹਾ ਵੀ ਮੇਰਾ ਮੋਬਾਈਲ? ਕਹਿੰਦਾ ਜੀ ਦੇਖ ਲਓ ਮੇਰੇ ਕੋਲ। ਮੈਂ ਕਿਹਾ ਚੱਲ ਤੇ ਜਿਹੜੇ ਬੰਦਾ ਤੈਨੂੰ ਛੱਡ ਕੇ ਗਿਆ ਚੱਲ ਉਹਦੇ ਕੋਲ ਚੱਲੀਏ, ਨਾਲੇ ਮੈਂ ਕਿਹਾ ਰਾਬਤਾ ਕਰੀਏ ਫਿਰ ਅੱਗੇ। ਵੀ ਮੇਰੇ ਕੋਲ ਤਾਂ ਫੋਨ ਹੀ ਨਹੀਂ ਸੀ। ਫਿਰ ਉਹ ਰਾਤ ਨੂੰ ਹੀ ਉਹਨੂੰ ਉਠਾ ਲਿਆ। ਹਾਂ, 12:30 ਵਜੇ ਹੀ ਉਠਾਇਆ। ਪਹੁੰਚ ਗਏ ਅਸੀਂ ਉੱਥੋਂ। ਫਿਰ ਅੱਗੇ ਬੰਦੇ ਨੂੰ ਉਠਾਇਆ। ਅੱਗੇ ਫਿਰ ਫੋਨ ਤੇ ਰਾਬਤਾ ਆਇਆ ਵੀ ਮੋਬਾਈਲ ਜਿਹੜਾ ਨਾ ਗੁੰਮ ਹੋ ਗਿਆ। ਜਿਹੜੇ ਕੋਈ ਬੰਦੇ ਯਾਨੀ ਕਿ ਜਿਹੜਾ ਵਾ ਨਾ ਹੈ ਸੀ ਮਸ਼ਕੂਕ ਹੈ ਵੀ ਉਹਨਾਂ ਦੀ ਤਲਾਸ਼ ਜਿਹੜੀ ਹੈ ਨਾ ਸ਼ੁਰੂ ਹੋਈ। ਉਹ ਖੈਰ ਅਗਲੇ ਕੁ ਦਿਨ ਦੁਪਹਿਰ ਤੱਕ ਨਾ ਮੋਬਾਈਲ ਜਿਹੜਾ ਵਾ ਨਾ ਬਾਜ਼ਿਆਬ ਹੋ ਗਿਆ। ਮੁਬਾਰਕ ਹੋ ਜੀ ਤੁਹਾਡਾ ਮੋਬਾਈਲ। ਤੇ ਹਾਂ, ਬਾਕੀ ਭਾਈ ਉਹ ਮੋਬਾਈਲ ਤਾਂ 2,500-3 ਹਜ਼ਾਰ ਚ ਹੀ ਗਿਆ ਸੀ। ਅੱਛਾ, ਚਲੋ ਉਹ 2,500-3 ਹਜ਼ਾਰ ਵਾਲਿਆਂ ਦਾ ਅਸੀਂ ਜ਼ਿਕਰ ਨਹੀਂ ਕਰਦੇ। ਮੈਂ ਜਦੋਂ ਪਹਿਲੀ ਰਾਤ ਇੱਥੇ ਸੁੱਤਾ ਨਾ
ਤੇ ਮੈਂ ਪਰਸ ਇਵੇਂ ਰੱਖ ਲਿਆ ਜਿਵੇਂ ਅਸੀਂ ਪਹਿਲੇ ਬੇਤਕਲਫੀ 'ਚ ਰੱਖ ਲੈਂਦੇ ਸੀ ਨਾ ਹਾਂ ਹਾਂ ਵੀ ਕੋਈ ਐਸਾ ਮਸਲਾ ਨਹੀਂ ਹੈ। ਉਹ ਲੇਕਿਨ ਫਿਰ ਬਾਅਦ 'ਚ ਮੈਨੂੰ ਕਿਹਾ ਇਹਨਾਂ ਨੇ ਮੈਨੂੰ ਕਿਹਾ ਯਾਰ ਪਰਸ ਆਪਣਾ ਸੰਭਾਲ ਲਓ ਤੁਸੀਂ ਵੀ ਉੱਥੇ ਜੋ ਪਿਆ ਹੁੰਦਾ ਸੀ ਸਾਹਮਣੇ ਰੱਖ ਕੇ ਤੇ ਸੋ ਜਾਂਦੇ ਸੀ। ਉਹ ਮੈਂ ਉਠਾ ਲਿਆ ਫਿਰ ਆਪਣੇ ਤੱਕੀਏ ਥੱਲੇ ਰੱਖ ਲਿਆ ਮੋਬਾਈਲ ਵੀ ਆਪਣੇ ਤੱਕੀਏ ਥੱਲੇ ਰੱਖ ਲਿਆ। ਲੇਕਿਨ ਫਿਰ ਮੈਨੂੰ ਇਹ ਖਿਆਲ ਆਇਆ ਵੀ ਨਹੀਂ ਇੱਥੋਂ ਕੁਛ ਨਹੀਂ ਹੁੰਦਾ ਹੈ ਤੇ ਚਲਾ ਵੀ ਗਿਆ ਤਾਂ ਜਿਹੜਾ ਹੈ ਨਾ ਉਹ 12:30 ਵਾਲਾ ਜਿਹੜਾ ਬੰਦਾ ਨਾ ਵੀ ਉਹ ਲੱਭ ਲੂਗਾ। ਅੱਛਾ ਇਹ ਬੜਾ ਇੱਕ ਦਿਲਚਸਪ ਸਵਾਲ ਆ। ਮੇਰੀ ਸ਼ੈ ਜਿਹੜੀ ਹੈ ਨਾ ਅੱਜ ਤੱਕ ਸਵਾਏ ਇੱਕ ਮੋਬਾਈਲ ਜਿਹੜਾ ਬੱਸ ਚੋਂ ਮੇਰੀ ਕੋਈ ਵੀ ਸ਼ੈ ਜਿਹੜੀ ਹੈ ਨਾ ਉਹ ਜਿਹੜੀ ਚੋਰੀ ਹੋਏ ਉਹ ਖੁਦ ਬਖੁਦ ਹੀ ਕੁਝ ਦਿਨਾਂ ਬਾਅਦ ਜਿਹੜਾ ਨਾ ਲੱਭ ਜਾਂਦਾ। ਉਹ ਬੱਸ ਵਾਲੀ ਨਹੀਂ ਲੱਭੀ? ਨਹੀਂ ਉਹ ਬੱਸ ਵਾਲਾ ਮੋਬਾਈਲ ਨਹੀਂ ਲੱਭਿਆ। ਤੂੰ ਵੀ ਕਿਸੇ ਦੀ ਕੋਈ ਸ਼ੈ ਚੋਰੀ ਕਰੀ ਹੋਣੀ ਨਾ ਕਦੇ ਕੋਈ ਤੇ ਉਹ ਤਾਂ ਹੀ ਨਹੀਂ ਉਹ ਇੱਕ ਦਫਾ ਮੇਰਾ ਇੱਕ ਮੋਟਰਸਾਈਕਲ ਸੀ ਉਹ ਅੱਗੇ ਇੱਕ ਦੋਸਤ ਨੂੰ ਦਿੱਤਾ ਸੀ ਮੈਨੂੰ ਤੇ ਚਲਾਉਣਾ ਨਹੀਂ ਆਉਂਦਾ ਸੀ। ਉਹਦੇ ਕੋਲੋਂ ਕੋਈ ਹੋਰ ਮੰਗ ਕੇ ਲੈ ਗਿਆ। ਉਹਨੇ ਕੀਤਾ ਫੋਨ ਉਹਨੇ ਕਿਹਾ ਜੀ ਉਹ ਗਨ ਪੁਆਇੰਟ ਤੇ ਨਾ ਹਾਫਿਜ਼ ਸਾਹਿਬ ਕੋਲੋਂ ਮੋਟਰਸਾਈਕਲ ਖੋਲਿਆ ਕਿਸੇ ਨੇ। ਮੈਂ ਕਿਹਾ ਵੀ ਹਾਫਿਜ਼ ਸਾਹਿਬ ਉਹ ਕਹਿੰਦੇ ਖੈਰੀ ਆ। ਮੈਂ ਕਿਹਾ ਚਲੋ ਠੀਕ ਹੈ ਕਹਿ ਰਹਾ ਉਹ ਕਰ FIR ਦਰਜ ਕਰਵਾਈ। ਇੰਸ਼ੋਰੈਂਸ ਸੀ ਮੋਟਰਸਾਈਕਲ ਬੈਂਕ ਸੀ ਉਦੋਂ। ਕੁਝ ਦਿਨ ਬਾਅਦ ਪੁਲਿਸ ਵਾਲਿਆਂ ਦਾ ਫੋਨ ਆਇਆ। ਉਹਨਾਂ ਨੇ ਕਿਹਾ ਕਿ ਤੁਹਾਡਾ ਮੋਟਰਸਾਈਕਲ ਲੱਭ ਗਿਆ ਤੇ 4-5 ਹੋਰ ਮੋਟਰਸਾਈਕਲ ਵੀ ਲੱਭ ਗਏ ਹੈ ਤੇ ਆ ਕੇ ਮੋਟਰਸਾਈਕਲ ਲੈ ਜਾਓ। ਅਸੀਂ 6-7 ਦਿਨਾਂ ਬਾਅਦ ਫਿਰ ਨਾ ਗਏ। ਉਹ ਕਹਿੰਦੇ ਯਾਰ ਪਹਿਲੀ ਦਫਾ ਬੰਦੇ ਦੇਖੇ ਵੀ ਇੰਨਾ ਵੀ ਤੁਸੀਂ ਤੁਹਾਡਾ ਮੋਟਰਸਾਈਕਲ ਲੱਭਿਆ ਤੁਸੀਂ ਮੋਟਰਸਾਈਕਲ ਹੀ ਨਹੀਂ ਲੈਣ ਆ ਰਹੇ। ਫਿਰ ਇਸ ਤਰੀ ਲੈਪਟਾਪ ਇਸ ਤਰੀ ਉਹ ਜਦੋਂ ਕਰੋਨਾ ਆਇਆ ਉਦੋਂ ਸਪੋਰਟਸ ਖਤਮ ਹੋ ਗਈ ਅਸੀਂ ਵੀ ਲੈਪਟਾਪ ਦਾ ਇਸਤੇਮਾਲ ਨਾ ਕੀਤਾ। ਉਹ 3-4 ਮਹੀਨੇ ਬਾਅਦ ਪਤਾ ਲੱਗਾ ਕਿ ਸਾਡਾ ਤਾਂ ਲੈਪਟਾਪ ਕੋਈ ਨਹੀਂ ਹੈ। ਉਹ ਲੈਪਟਾਪ ਦੀ ਵੀ ਬਲਕਿ ਉਹ ਉਦੋਂ ਹੀ ਇੱਕ ਦੋਸਤ ਕੋਲ ਮੰਗ ਕੇ ਲਿਆਏ ਉਹ ਵੀ ਗਾਇਬ ਹੋ ਗਿਆ 5 ਦਿਨਾਂ ਬਾਅਦ। ਉਹ ਕੋਈ ਕੰਮ ਕਰਨੇ ਵਾਲੇ ਹੈ ਸੀ ਬੰਦੇ ਜਾਂ ਕਿਸ ਤਰ੍ਹਾਂ। ਉਹ ਕੁਝ ਦਿਨਾਂ ਬਾਅਦ ਜੀ ਉਹ ਇੱਕ ਦਿਨ ਦੋਸਤ ਦਾ ਫੋਨ ਆਇਆ। ਉਹਨੇ ਕਿਹਾ ਜੀ ਤੁਹਾਡਾ ਲੈਪਟਾਪ ਮੈਂ ਕਿਹਾ ਵੀ ਗੁੰਮ ਹੋ ਗਿਆ ਸੀ। ਉਹਨੇ ਕਿਹਾ ਜੀ ਸਾਡੀ ਦੁਕਾਨ ਤੇ ਆ ਗਿਆ। ਤੇ ਉਹ ਇਸ ਤਰ੍ਹਾਂ ਯਾਨੀ ਕਿ ਮਿਲ ਗਿਆ ਸੀ ਉਹ ਵੀ ਫਿਰ। ਹਾਂ ਲੈਪਟਾਪ ਮਿਲ ਗਿਆ। ਕੋਈ 10 ਦਫਾ ਜਦੋਂ ਛੋਟਾ ਮੋਬਾਈਲ ਹੁੰਦਾ ਸੀ ਨਾ ਮੈਂ ਉਹ ਗਲੀ 'ਚ ਸੌਂਦਾ ਸੀ ਤੇ ਉਹ ਮੈਨੂੰ ਅਕਸਰ ਉਹਨੇ ਮਾਸਟਰ ਸਾਹਿਬ ਤੁਹਾਡਾ ਮੋਬਾਈਲ ਰਹਿ ਗਿਆ ਹੈ ਇਸ ਤਰ੍ਹਾਂ ਵਿਸ਼ਵਾਏ ਉਹ ਬੱਸ ਵਾਲੇ ਤੋਂ ਇਲਾਵਾ ਰਾਣਾ ਸਾਹਿਬ ਦੀ ਸਿਰਫ ਉਹੀ ਮੋਬਾਈਲ ਹੀ ਗਿਆ। ਉਹ ਵੀ ਇਹਨਾਂ ਨੇ ਕਿਸੇ ਦੀ ਕੋਈ ਸ਼ੈ ਚੱਕੀ ਹੋਣੀ ਆ ਤਾਂ ਚਲ ਗਿਆ ਨਹੀਂ ਤੇ ਵਾਪਸ ਆ ਜਾਂਦੀ। ਐਸੀ ਕੋਈ ਗੱਲ ਨਹੀਂ ਹੈ ਯਾਰ ਮੈਂ ਜ਼ਿੰਦਗੀ 'ਚ ਕਿਸੇ ਦੀ ਕੋਈ ਸ਼ੈ ਨਹੀਂ ਚੱਕੀ ਹੈ। ਮੇਰਾ ਮੋਟਰਸਾਈਕਲ ਵੀ ਚਲਾ ਗਿਆ ਪਤਾ ਨਹੀਂ ਕਿਤਨੇ ਮੋਬਾਈਲ ਗਏ ਆ। ਅੱਛਾ ਸਾਨੂੰ ਤਾਂ ਕੋਈ ਸ਼ੈ ਨਹੀਂ ਵਾਪਸ ਲੱਭੀ ਹੈ। ਬਲਕਿ ਮੋਟਰਸਾਈਕਲ ਵਾਲਾ ਦਿਲਚਸਪ ਇੱਕ ਕਿੱਸਾ ਸੁਣਾਵਾਂ। ਮੈਂ ਜਾ ਰਿਹਾ ਤੇ ਸੜਕ ਤੇ ਇੱਕ ਬੰਦਾ ਪੱਠੇ ਵੱਢ ਰਿਹਾ ਸੀ 2-3 ਕਿੱਲੇ ਦੂਰ। ਉਹ ਆਇਆ ਉਹਨੇ ਕਿਹਾ ਮੇਰੇ ਵਾਲਾ ਸਾਹਿਬ ਟੀਚਰ ਸੀ ਨਾ ਸਾਨੂੰ ਮਾਸਟਰ ਹੀ ਕਹਿੰਦੇ ਆ। ਉਹਨੇ ਕਿਹਾ ਮਾਸਟਰ ਗੱਲ ਸੁਣ ਹੈ। ਮੈਂ ਕਹਿੰਦਾ ਤੂੰ ਕਹਿੰਦਾ ਬਿਲਕੁਲ ਫਿਕਰ ਨਹੀਂ ਕਰਨੀ ਤੇਰਾ ਮੋਟਰਸਾਈਕਲ ਕਿਤੇ ਨਹੀਂ ਜਾ ਸਕਦਾ ਕਹਿੰਦਾ। ਉਹਨੇ ਕਿਹਾ ਵੀ ਫਿਰ ਇੱਕ ਹੋਰ ਬੰਦੇ ਨੇ ਇਸਤਰੀ ਉਹ ਵੀ ਮੇਰੇ ਤੋਂ ਉਮਰ 'ਚ ਵੱਡੇ ਸੀ। ਉਹਨੇ ਕਿਹਾ ਅਸਲ ਵਿੱਚ ਬਿਲਕੁਲ ਤੂੰ ਫਿਕਰ ਨਹੀਂ ਕਰਨੀ ਤੇਰਾ ਮੋਟਰਸਾਈਕਲ ਹਜਮ ਨਹੀਂ ਹੋਣਾ ਕਹਿੰਦਾ ਮੈਂ ਇੱਕ ਦੁਆ ਹੈ ਜੀ ਫਿਰ। ਹਾਂਜੀ ਨਹੀਂ ਸਾਡੇ ਮਰੱਬੇ 'ਚ ਵੀ ਕੋਈ ਬੰਦਾ ਚੀਜ਼ ਚੱਕਦਾ ਸੀ ਨਾ ਉਹ ਉਹਨੂੰ ਨਜ਼ਰ ਨਹੀਂ ਆਉਂਦਾ ਸੀ। ਕਈ ਬੰਦੇ ਨੇ ਬਾਅਦ ਵਿੱਚ ਦੱਸਿਆ ਵੀ ਅਸੀਂ ਤੂੜੀ ਚੱਕ ਲਈ ਸੀ ਤੇ ਸਾਨੂੰ ਨਜ਼ਰ ਆਉਣਾ ਬੰਦ ਹੋ ਗਿਆ। ਬਾਅਦ ਵਿੱਚ ਜਦੋਂ ਪੰਡ ਚੱਕਦੇ ਸੀ ਤੇ ਨਜ਼ਰ ਆਉਣਾ ਬੰਦ ਹੋ ਜਾਂਦਾ ਸੀ ਤੇ ਜਦੋਂ ਪੰਡ ਲਾਂਦੇ ਸੀ ਤੇ ਨਜ਼ਰ ਤੰਬਾਕੂ ਵਾਲੇ ਵੀ ਇਸ ਤਰ੍ਹਾਂ ਮਰੱਬੇ ਦੇ ਛੱਡ ਕੇ ਝੋੜੇ ਜਿਹੜਾ ਵਾ ਇਹ ਦਰਵੇਸ਼ੀ ਰੂਹ ਹੈ ਜੀ ਹੈ ਜੀ ਡਾਕਟਰ ਸਾਹਿਬ ਫਿਰ ਉਹੀ ਕਹਾਣੀ ਹੋਈ। ਕਿਹੜੀ ਕਹਾਣੀ ਹੈ ਜੀ? ਅੱਛਾ ਜੀ ਈਦ ਦੇ ਦਿਹਾੜੇ ਸੀ ਲੰਘ ਗਏ ਬੜੀ ਸੋਹਣੀ ਈਦ ਲੰਘੀ ਪਰ ਬਹੁਤ ਸਾਰੇ ਲੋਕ ਅਸੀਂ YouTube ਤੇ ਦੇਖਦੇ ਆ ਵੀ ਉਹਨਾਂ ਦੇ ਰਾਣਾ ਸਾਹਿਬ ਬੱਚੇ ਕੋਈ ਨਹੀਂ ਵਿਕੇ। ਹਾਂ ਵਾਪਸ ਆ ਗਏ ਬੱਚੇ। ਵਕਾਰ ਭਿੰਡਰ ਸਾਹਿਬ ਦੇ ਸਾਰੇ ਜਿਹੜੇ ਵੈੜੇ ਸੀਗੇ ਉਹ ਗੁਜਰਾਂ ਵਾਲੇ ਲੈ ਕੇ ਗਏ ਆ ਉਹ ਵਾਪਸ ਆ ਗਏ। ਉਹਨਾਂ ਨੇ ਉਸ ਤੋਂ ਬਾਅਦ ਵੀ ਕਈ ਵੀਡੀਓ ਲਾਈਆਂ ਪਰ ਮੈਨੂੰ ਰਾਣਾ ਸਾਹਿਬ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੇ ਉਹ ਵੈੜੇ ਲੈ ਕੇ ਗਏ ਆ ਨਾਲੇ ਤਾਂ ਕਹਿੰਦੇ ਆ ਕਿ ਗੁੱਸਾ ਵੀ ਨਾ ਕਰ ਜਾਣ ਜੇ ਸਾਡੀ ਵੀਡੀਓ ਕਿਸੇ ਤਰ੍ਹਾਂ ਉਹਨਾਂ ਤੱਕ ਪਹੁੰਚ ਜਾਏ। ਸਾਡੇ ਭਰਾ ਆ ਵੈਸੇ ਅਸੀਂ ਇੱਕ ਗੱਲ ਕਰਦੇ ਆ ਵੀ ਹੋਰ ਬੰਦੇ ਵੀ ਇੰਝ ਕਹਿੰਦੇ ਕਿ ਜ਼ਿਮੀਂਦਾਰਾਂ ਦੇ ਜੀ ਵੈੜੇ ਕੋਈ ਨਹੀਂ ਵਿਕੇ। ਜ਼ਿਮੀਂਦਾਰਾਂ ਦੇ ਤਾਂ ਵੈੜੇ ਵਿਕ ਗਏ ਵਪਾਰੀਆਂ ਦੇ ਵੈੜੇ ਨਹੀਂ ਵਿਕੇ। ਵਪਾਰੀਆਂ ਦੇ ਨਹੀਂ ਹੈ ਉੱਥੇ ਖਲੋ ਕੇ ਆਪਣੇ ਆਪ ਨੂੰ ਜ਼ਿਮੀਂਦਾਰ ਇੰਝ ਕਹਿਣਾ ਨਹੀਂ ਚਾਹੀਦਾ। ਮੁੱਲ ਲੈ ਕੇ ਗਏ ਨਾ ਜੀ ਖਰੀਦ ਕਰਕੇ ਗਏ ਆ। ਵਪਾਰੀਆਂ ਦੇ ਵੈੜੇ ਨਹੀਂ ਵਿਕੇ। ਹਾਂ ਵਪਾਰੀਆਂ ਦੇ ਨਹੀਂ ਵਿਕੇ ਤੇ ਵੈਸੇ ਜ਼ਿਮੀਂਦਾਰਾਂ ਦੇ ਵੀ ਕਦੋਂ ਇਸ ਤਰ੍ਹਾਂ ਕਿ ਕਈ ਬੰਦੇ ਜਿਹੜੇ ਆ ਨਾ ਉਹਨਾਂ ਦੇ ਆਪਣੇ ਵੀ ਜਿਹੜੇ ਆ ਨਾ ਥੋੜੇ ਆ ਨਾ ਇੱਕ ਦੋ ਕਈ ਵਪਾਰੀ ਜ਼ਿਆਦਾ ਵਪਾਰੀਆਂ ਦੇ ਨਹੀਂ ਵਿਕੇ। ਆਪਣੇ ਪਿੰਡ 'ਚ ਵੀ ਮੈਂ ਖਾਲਦ ਸੁਣਿਆ 3-4 ਵੈੜੇ ਵਾਪਸ ਆਏ ਜਿਹੜੇ ਚੰਗੇ ਵੈੜੇ ਸੀ ਨਾ। ਇਹ ਅਸਲ ਦੇ ਵਿੱਚ ਮੈਂ ਜਿਹੜਾ ਐਨਾਲਿਸਿਸ ਕੀਤਾ ਨਾ ਜੀ ਕਿ ਜਿਹਦੀ ਪ੍ਰਾਈਸ ਸੀ ਨਾ 2 ਤੋਂ 3 ਦੇ ਦਰਮਿਆਨ ਉਹ ਵਿਕਿਆ ਜੀ।
ਜਿਹੜਾ 350 ਪਲੱਸ ਸੀ ਨਾ ਵੈੜਾ, ਉਹ ਨਹੀਂ ਵਿਕਿਆ। ਉਹ ਜਾਂ ਤਾਂ ਉਹਨਾਂ ਦੀ ਕੋਈ ਬਾਇੰਗ ਰੇਂਜ ਤੋਂ ਬਾਹਰ ਸੀਗਾ, ਉਹ ਕਮ ਵਿਕੇ। ਔਰ ਇਸ ਦਫਾ ਜ਼ਿਆਦਾ ਉਹ ਲੈ ਕੇ ਗਏ ਸੀ ਕਿਉਂਕਿ ਪਿਛਲੀ ਦਫਾ ਰੇਟ ਬਹੁਤ ਅੱਛਾ ਲੱਗਿਆ ਸੀ। ਹਾਂ, ਇਸੇ ਵਜ੍ਹਾ ਤੋਂ ਜ਼ਿਆਦਾ ਰੇਟ ਤੇ ਅੱਛਾ, ਹਾਂ, ਉਹ ਜ਼ਿਆਦਾ ਰੇਟ ਤੇ ਲੈ ਇਸ ਗਏ। ਚੀਜ਼ ਦਾ ਪਤਾ ਵਾ ਤੁਹਾਨੂੰ ਕਿ ਪਿਛਲੀ ਦਫਾ ਜਿਹੜਾ ਨਾ ਰੇਟ ਕਿਉਂ ਜ਼ਿਆਦਾ ਸੀ? ਨਹੀਂ, ਇਹ ਤਾਂ ਨਹੀਂ ਪਤਾ ਹੈ। ਅਸਲ 'ਚ ਇਸ ਚੀਜ਼ ਤੇ ਨਹੀਂ ਲੋਕਾਂ ਨੇ ਗੌਰ ਕੀਤਾ ਹੈ। ਉਹਦੀ ਵਜ੍ਹਾ ਇਹ ਸੀ ਕਿ ਉਸ ਤੋਂ ਪਿਛਲੇ ਸਾਲ ਆਇਆ ਸੀ ਸੈਲਾਬ। ਸੈਲਾਬ ਦੀ ਵਜ੍ਹਾ ਤੋਂ ਇਹ ਜਿਹੜਾ ਇਲਾਕਾ ਸਿੰਧ ਦਾ ਤੇ ਜਨੂਬੀ ਪੰਜਾਬ ਦਾ ਨਾ, ਇੱਥੇ ਡੰਗਰ ਬਹੁਤ ਸਾਰਾ ਸੈਲਾਬ 'ਚ ਰੁੜ ਗਿਆ ਸੀ। ਡੰਗਰਾਂ ਦੀ ਸੀ ਕਮੀ। ਇੱਕ ਫੈਕਟਰ ਤਾਂ ਇਹ ਬਣਿਆ। ਦੂਸਰਾ ਫੈਕਟਰ ਇਹ ਬਣਿਆ ਕਿ ਜਦੋਂ ਡੰਗਰ ਥੋੜਾ ਸੀ ਨਾ, ਸਾਰਾ ਡੰਗਰ ਚਲਾ ਗਿਆ ਕਰਾਚੀ। ਇਹ ਸਾਡੇ ਪੰਜਾਬ ਦੀ ਮੰਡੀਆਂ 'ਚ ਨਾ ਮਾਲ ਥੋੜਾ ਸੀ, ਬਹੁਤ ਥੋੜਾ ਸੀ। ਉਹ ਫਿਰ ਜਦੋਂ ਕਿੱਲਿਆਂ ਤੋਂ ਖੋਲ ਕੇ ਲੋਕੀ ਲੈ ਕੇ ਗਏ ਨਾ ਡੰਗਰ ਪਿਛਲੀ ਵਾਰੀ, ਲੋਕਾਂ ਨੂੰ ਇਹ ਹੋ ਗਈ ਵੀ ਐਤਕੀ ਫਿਰ ਫੜ ਲਓ ਨਹੀਂ। ਇਹ ਕਿਸੇ ਨੇ ਨਹੀਂ ਗੌਰ ਕੀਤਾ ਕਿ ਸਲਾਬ ਦੇ ਫੈਕਟਰ ਦੀ ਵਜ੍ਹਾ ਤੋਂ ਜਿਹੜਾ ਵਾ ਨਾ ਕਮੀ ਸੀ, ਤੇ ਵੀ ਕਰਾਚੀ ਦੀ ਮੰਡੀ 'ਚ ਜਿਹੜਾ ਜਾਨਵਰ ਉਹਦੀ ਜ਼ਰੂਰਤ ਜੋਗਾ ਸੀ। ਨਹੀਂ, ਫਿਰ ਤਾਂ ਇਹ ਸਿੱਧਾ ਸਾਵਾਂ ਉਹੀ ਇਕਨੋਮਿਕਸ ਦਾ ਡਿਮਾਂਡ ਸਪਲਾਈ ਦਾ ਹੀ ਮਸਲਾ ਬਣਿਆ ਨਾ। ਇੱਥੇ ਫਿਰ ਉਹੀ ਗੱਲ ਆ ਗਈ ਕਿ ਜਿਵੇਂ ਉਹ ਜ਼ਿਮੀਦਾਰ ਇੱਕ ਫਸਲ ਦਾ ਰੇਟ ਚੰਗਾ ਹੁੰਦਾ, ਫਿਰ ਜ਼ਿਆਦਾ ਉਹ ਲਾ ਲੈਂਦੇ ਆ, ਫਿਰ ਉਹ ਰੁਲ ਜਾਂਦੀ ਆ। ਇਸੇ ਤਰ੍ਹਾਂ ਹੋ ਸਕਦਾ ਜ਼ਿਆਦਾ ਲੋਕਾਂ ਨੇ ਬਾਈ ਬੀਬੁੱਲਾ, ਅਸਲ ਤੁਸੀਂ ਇਹ ਸਾਡੇ ਇੱਥੇ ਤੇ ਇਹ ਜਿਹੜਾ ਫਾਰਮੂਲਾ ਨਾ, ਇਹ ਵੀ ਖਤਮ ਹੋਇਆ ਪਿਆ। ਅੱਛਾ, ਵੀ ਇਹ ਜਿਹੜਾ ਨਾ ਵੀ ਸਪਲਾਈ ਤੇ ਡਿਮਾਂਡ ਵਾਲਾ। ਅੱਛਾ, ਇਸ ਵਾਰੀ ਕਣਕ ਜਿਹੜੀ ਆ ਨਾ, ਉਹ ਪਿਛਲੇ ਸਾਲ ਨਾਲੋਂ ਨਾ ਜੀ ਉਹ ਘੱਟ ਆ। ਇਹ ਯਾਨੀ ਕਿ ਇਸ ਤਰ੍ਹਾਂ ਵਾ ਵੀ ਅਗਰ 33 ਮਿਲੀਅਨ ਟਨ ਨਾ, ਮੈਂ ਮਿਸਾਲ ਦੇ ਰਿਹਾ ਵਾਂ ਕਿ ਅਗਰ ਉਹਦੀ ਜ਼ਰੂਰਤ ਆ ਤੇ ਐਤਕੀ 28 ਆ, ਯਾਨੀ ਕਿ 5 ਦਾ ਗੈਪ ਹੈਗਾ। ਤੇ ਫਿਰ ਵੀ ਕਣਕ ਦਾ ਰੇਟ ਕੋਈ ਨਹੀਂ ਹੈਗਾ। ਇਹ ਇੱਥੇ ਸਾਡੇ ਤੇ ਖਤਮ ਹੋ ਗਿਆ। ਅੱਛਾ, ਚਾਹ ਬਣ ਰਹੀ ਹੈ ਜੀ, ਰਾਣਾ ਸਾਹਿਬ ਆਪਣੇ ਮੁਬਾਰਕ ਹੱਥਾਂ ਦੇ ਨਾਲ ਪਿਲਾ ਰਹੇ ਆ। ਤੇ ਇੱਕ ਹੋਰ ਇੱਥੇ ਸਾਨੂੰ ਇੱਕ ਗੱਲ ਦਾ ਪਤਾ ਲੱਗਿਆ ਵੀ ਮਾਰ ਇਰਫਾਨ ਸਾਹਿਬ ਹੈ ਨਾ ਜਿਹੜੇ ਜੀ, ਇਹ ਦੁੱਧ ਦੀ ਬਣੀ ਹੋਈ ਕੋਈ ਚੀਜ਼ ਵੀ ਨਹੀਂ ਖਾਂਦੇ ਕਿ ਡਾਕਟਰਾਂ ਨੇ ਇਹਨੂੰ ਮਨਾ ਕੀਤਾ। ਇਦਾਂ ਹੀ ਤੁਸੀਂ ਦੇਖ ਲਿਆ ਨਾ ਜੀ, ਮੈਂ ਤੁਹਾਨੂੰ ਦੱਸਦਾ ਜੀ, ਕੈਮਰੇ ਤੁਸੀਂ ਦੇਖੋ ਜੀ, ਬੰਦੇ ਅਸੀਂ ਆ 6, ਕੱਪ ਪਏ ਆ 5, ਅਗਰ ਤੁਹਾਨੂੰ ਨਜ਼ਰ ਆ ਰਹੇ ਆ ਤਾਂ ਕੱਪ ਗਿਣ ਸਕਦੇ ਆ ਤੁਸੀਂ। ਕੱਪ ਮੌਜੂਦ ਆ ਜੀ ਉੱਥੇ, ਲੇਕਿਨ ਕਿਉਂਕਿ ਪੀਂਦਾ ਹੀ ਨਹੀਂ ਹੈ ਇਹ ਚਾਹ। ਲਾਸਟ ਟਾਈਮ ਅਗਰ ਤੁਸੀਂ ਲਾਈਵ 'ਚ ਵੀ ਦੇਖਿਆ ਹੋਣਾ, ਇਹ ਹੁਣ ਆਪੇ ਦੱਸੂਗਾ ਕਿਉਂ ਨਹੀਂ ਪੀਂਦਾ, ਤੇ ਜਾਂ ਡਾਕਟਰ ਸਾਹਿਬ ਦੱਸਣਗੇ ਵੀ ਚਾਹ ਕਿਉਂ ਨਹੀਂ ਪੀਂਦਾ, ਜਾਂ ਦੁੱਧ ਦੀ ਕੋਈ ਬਣੀ ਹੋਈ ਪ੍ਰੋਡਕਟ ਕਿਉਂ ਨਹੀਂ ਖਾਂਦਾ। ਤੁਸੀਂ ਦੱਸੋਗੇ ਤਾਂ ਫਿਰ ਮੈਂ ਵਜ੍ਹਾ ਦੱਸਾਂ। ਹਾਂ, ਫਿਰ ਵਜ੍ਹਾ ਡਾਕਟਰ ਸਾਹਿਬ ਦੱਸ ਦੇਣਾ। ਮੈਂ ਕਿਹਾ ਮੈਂ ਲੈ ਲਓ। ਇਹ ਮੈਦੇ 'ਚ ਨਾ ਐਂਜ਼ਾਈਮ ਹੁੰਦੇ ਆ, ਇਹ ਲੈਕਟੋਜ਼ ਇੱਕ ਸ਼ੂਗਰ ਆ, ਉਹਨੂੰ ਜਿਹੜੀ ਐਂਜ਼ਾਈਮ ਤੋੜਦੇ ਆ ਨਾ ਉਸ ਸ਼ੂਗਰ ਨੂੰ, ਉਹ ਮੇਰੇ ਮੈਦੇ 'ਚ ਨਾ ਖਤਮ ਹੋ ਗਏ ਸੀ ਤਕਰੀਬਨ 10-12 ਸਾਲ ਪਹਿਲੇ। ਤੇ ਉਹਦੀ ਵਜ੍ਹਾ ਤੋਂ ਮੈਂ ਕੋਈ ਵੀ ਐਸੀ ਚੀਜ਼ ਜਿਹਦੇ 'ਚ ਲੈਕਟੋਜ਼ ਆ ਉਹ ਮੈਂ ਨਹੀਂ ਖਾ ਪੀ ਸਕਦਾ, ਚਾਹੇ ਉਹ ਕਿਸੇ ਵੀ ਸੂਰਤ 'ਚ। ਅਗਰ ਉਹ ਬਾਜ਼ੂ ਔਕਾਤ ਇਹ ਹੁੰਦਾ ਕਿ ਅਸੀਂ ਜਿਸ ਤਰ੍ਹਾਂ ਖੀਰ ਪਕਾਈ ਸੀ, ਉਹ ਪਕਾਈ ਇੰਨੀ ਜ਼ਿਆਦਾ ਸੀ ਕਿ ਉਹ ਸ਼ੂਗਰ ਟੁੱਟ ਗਈ ਸੀ, ਫਿਰ ਉਹ ਖਾ ਸਕਦਾ। ਅੱਛਾ, ਵੀ ਯਾਨੀ ਕਿ ਅਗਰ ਕਿਸੇ ਸ਼ੈ ਨੂੰ ਉਹਦੀ ਕੋਈ ਹੱਦ ਤੋਂ ਜ਼ਿਆਦਾ ਨਹੀਂ, ਯਾਨੀ ਕਿ ਉਹਦੀ ਨਾ ਨੋਇਅਤ ਚੇਂਜ ਹੋ ਜਾਏ ਨਾ, ਜਾਂ ਪਤਾ ਨਹੀਂ ਕੁਛ ਇਹਦਾ ਹੁਣ ਕੋਈ ਕੁਛ ਬਿਹਤਰੀ ਵੀ ਹੈ। ਇੱਕ ਦੋ ਵਾਰੀ ਨਾ ਹੁਣ ਕੇਸ ਐਸੇ ਆਏ ਕਿ ਇਹਨੇ ਜਿਸ ਤਰ੍ਹਾਂ ਪਿੱਛੇ ਜੀ ਖੀਰ ਖਾਧੀ ਇੱਕ ਦਿਨ, ਕੁਛ ਦਿਨ ਪਹਿਲੇ ਕੁਛ ਬਰਫੀ ਵੀ, ਵਰਨਾ ਇਹ ਦੁੱਧ ਵਾਲੀ ਕੋਈ ਵੀ ਪ੍ਰੋਡਕਟ ਪਹਿਲੇ ਨਹੀਂ ਖਾਦਾ। ਉਹ ਨਾ ਡਾਕਟਰ ਸਾਹਿਬ ਨੇ ਜਿਹਨੇ ਕੋ ਕਰਵਾਇਆ ਸੀ ਨਾ ਪਹਿਲੇ, ਤਾਂ ਡਾਕਟਰ ਚਾਵਲਾ ਸਾਹਿਬ ਉਹਨਾਂ ਨਾਲ ਵੈਸੇ ਹੀ ਦੋਸਤੀ ਆ। ਉਹਨਾਂ ਨੇ ਕਿਹਾ ਸੀ ਅੱਲਾ ਦੀ, ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਆਹ ਮਸਲਾ ਹੱਲ ਕਰੋ, ਕਹਿੰਦਾ ਅੱਲਾ ਨੇ ਹੋਰ ਥੋੜੀਆਂ ਨਿਅਮਤਾਂ ਬਣਾਈਆਂ, ਤੂੰ ਇੱਕੇ ਤੇ ਟਿਕਿਆ, ਬਾਕੀ ਖਾਈ ਜਾ। ਨਹੀਂ, ਵੈਸੇ ਤੈਨੂੰ ਪਤਾ ਕਿਵੇਂ ਲੱਗਿਆ ਹੈ? ਇਹ ਨਾ ਜ਼ਾਰੀ ਗੱਲ ਆ, ਅਸੀਂ ਜ਼ਿਮੀਂਦਾਰ ਘਰਾਂ ਚੋਂ ਚੰਗਾ ਦੁੱਧ ਸ਼ੁਰੂ ਤੋਂ ਹੀ ਪੀ ਰਹੇ ਸੀ। ਅਚਾਨਕ ਇਹ ਹੋਣਾ ਸ਼ੁਰੂ ਹੋਇਆ ਕਿ ਨਾ ਦੁੱਧ ਪੀਣਾ ਤੇ ਉਲਟੀਆਂ ਸ਼ੁਰੂ ਹੋ ਜਾਣੀਆਂ। ਜੇ ਉਲਟੀ ਨਹੀਂ ਆਉਂਦੀ ਸੀ ਤੇ ਬੀਪੀ ਲੋ ਹੋ ਜਾਂਦਾ ਸੀ, ਘਬਰਾਹਟ ਆਣੀ ਸ਼ੁਰੂ ਹੋ ਜਾਂਦੀ ਸੀ। ਉਹ ਫਿਰ ਪਹਿਲੇ ਤਾਂ ਮੈਂ ਉਹ ਕਿਸੇ ਨੇ ਦੱਸਣਾ ਇਹਦੇ ਚ ਜਾਮ ਸ਼ੀਰੀ ਰਲਾ ਕੇ ਪੀ ਲਾ, ਗਰਮ ਕਰਕੇ ਪੀ ਲਾ, ਸੌਂਫ ਸਿੱਟ ਕੇ ਪੀ ਲਾ। ਮੈਦੇ ਦੀ ਪ੍ਰੋਬਲਮ ਆ, ਅਸੀਂ ਜੋ ਕੋਈ ਟੋਟਕਾ ਉਹਦੇ ਨਾਲ ਹੋ ਸਕਦਾ ਸੀ ਨਾ ਉਹ ਕਰਿਆ, ਲੇਕਿਨ ਨਾ ਜੇ ਉਲਟੀ ਆ ਜਾਂਦੀ ਸੀ ਸਕੂਨ ਆ, ਜੇ ਨਹੀਂ ਆਈ ਤੇ ਪਏ ਆ ਫਿਰ ਨਾ ਡਾਕਟਰ ਕੋਲ ਹੀ ਜਾਣਾ। ਵੀ ਉਹਨੇ ਆਮ ਤੌਰ ਤੇ ਇਹੀ ਜ਼ਿਹਨ ਦੇ ਵਿੱਚ ਹੈ ਨਾ ਕਿ ਦੁੱਧ ਇੱਕ ਐਸੀ ਗਜ਼ਾ ਆ, ਖਾਸ ਵਕਤ ਤੋਂ ਬਾਅਦ ਐਸਾ ਹੋਇਆ, ਪਹਿਲੇ ਠੀਕ ਰਿਹਾ। ਪਹਿਲੇ ਠੀਕ ਸੀ, 2013-14 ਦਾ ਤੁਸੀਂ ਕਹਿ ਸਕਦੇ ਆ, ਉਦੋਂ ਹੋਇਆ ਆ ਵੀ ਅਚਾਨਕ ਐਂਜ਼ਾਈਮ ਜਿਹੜੇ ਨਾ ਖਤਮ ਹੋ ਗਏ। ਪਤਾ ਨਹੀਂ ਉਹ ਕਿਸੇ ਇਨਫੈਕਸ਼ਨ ਦੀ ਵਜ੍ਹਾ ਤੋਂ ਹੋਏ ਆ। ਔਰ ਡਾਕਟਰ ਨੇ ਵੀ ਇਹੀ ਕਿਹਾ ਸੀ ਮੈਨੂੰ ਕਿ ਅਗਰ ਇਹਦਾ ਕੋਈ ਇਲਾਜ ਨਹੀਂ ਹੈ, ਇਲਾਜ ਦਾ ਇਹ ਹੈ ਇੱਕ ਲੈਕਟੀਜ਼ ਗੋਲੀ ਮਿਲਦੀ ਆ, ਵੀ ਉਹ ਤੁਸੀਂ ਖਾਣੇ ਤੋਂ ਕੋਈ ਵੀ ਚੀਜ਼ ਐਸੀ ਖਾਣੀ ਉੱਥੇ ਪਾ ਲਓ ਤੁਸੀਂ ਨਾ, ਜਰਾ ਤਸੱਲੀ ਨਾਲ।
ਅੱਛਾ ਅੱਛਾ ਹਾਂ ਜੱਗੇ ਲੈ ਜਾਓ ਉੱਧਰ ਪਾ ਲਿਆ। ਹਾਂ ਉਧਰ ਪਾ ਕੇ। ਅੱਛਾ ਜੀ। ਕੋਈ ਵੀ ਚੀਜ਼ ਐਸੀ ਮੈਂ ਖਾਣੀ ਹੈ ਨਾ ਤੇ ਉਸ ਤੋਂ ਪਹਿਲੇ ਉਹ ਗੋਲੀ ਖਾ ਲਵਾਂ ਨਾ, ਉਹ ਫਿਰ ਐਂਜ਼ਾਈਮ, ਉਹ ਗੋਲੀਆਂ ਦੀ ਐਂਜ਼ਾਈਮਾਂ ਦੀ ਗੋਲੀ ਆ, ਉਹ ਪੂਰੇ ਕਰ ਦਿੰਦੀ। ਉਹ ਐਂਜ਼ਾਈਮ ਪੈਦਾ ਹੋ ਜਾਣਗੇ 2 ਜਾਂ 4 ਘੰਟੇ, ਜਿਤਨੀ ਉਸ ਮਿਕਦਾਰ ਦੀ ਖਾਊਂਗਾ ਉਨੀ ਦੇਰ ਨਾ ਮੈਂ ਖਾ ਸਕਦਾ ਹਾਂ। ਲੇਕਿਨ ਡਾਕਟਰ ਨੇ ਮੈਨੂੰ ਇਹ ਕਿਹਾ ਸੀ ਕਿ ਅਗਰ ਮਿਹਦੇ 'ਚ ਕੋਈ ਇਨਫੈਕਸ਼ਨ ਹੋਇਆ ਨਾ, ਜਿਸ ਤਰ੍ਹਾਂ ਹੁੰਦਾ ਨਾ ਵੀ ਕੋਈ ਚੀਜ਼ ਰੀਸੈਟ ਹੁੰਦੀ ਆ, ਇਨਫੈਕਸ਼ਨ ਐਸਾ ਹੋਇਆ ਕਿ ਜਿਹਦੇ ਨਾਲ ਐਂਜ਼ਾਈਮ ਦੂਸਰੇ ਵੀ ਕੋਈ ਟੁੱਟ ਭੱਜ ਹੋਈ ਤੇ ਖੁਦ ਬ ਖੁਦ ਪੈਦਾ ਹੋ ਸਕਦੇ ਆ। ਪਿਛਲੇ ਤਕਰੀਬਨ ਨਾ ਮਹੀਨੇ 2 ਮਹੀਨੇ ਤੋਂ ਕਾਫੀ ਜ਼ਿਆਦਾ ਬਿਹਤਰੀ ਆ ਰਹੀ ਹੈ ਕਿ ਮੈਂ ਨਾ ਖੀਰ ਵੀ 1-2 ਦਫਾ ਖਾ ਲਈ ਆ, ਮਿਠਾਈ ਵੀ ਖਾਣੀ ਸ਼ੁਰੂ ਕਰਤੀ ਆ, ਆਈਸਕ੍ਰੀਮ ਵੀ ਖਾ ਲਈ ਆ। ਪਹਿਲੇ ਐਸੀ ਕੋਈ ਚੀਜ਼ ਤਾਂ ਤਸੱਵਰ ਵੀ ਜਿਹੜਾ ਨਾ ਉਹ ਮੁਸ਼ਕਿਲ ਸੀ। ਹੁਣ ਸਿਰਫ 1-2 ਚੀਜ਼ਾਂ ਰਹਿ ਗਈਆਂ, ਇੱਕ ਚਾਹ, ਉਹ ਮੈਨੂੰ ਵੈਸੇ ਵੀ ਪਸੰਦ ਕੋਈ ਨਹੀਂ, ਤੇ ਦੁੱਧ ਰਹਿ ਗਿਆ। ਅੱਛਾ ਇੱਕ ਹੋਰ ਪਿਛਲੀ ਤੇ ਸਾਨੂੰ ਖੁੱਲਿਆ ਇਹਨਾਂ ਦਾ, ਅਸੀਂ ਆਪਣੇ ਬਿਰਿਆਨੀ ਦੇ ਬੜੇ ਸ਼ੌਕੀਨ ਆ ਤੇ ਅਸੀਂ ਮਟਨ ਵਾਲੀ ਬਿਰਿਆਨੀ ਤੇ ਇਹਨਾਂ ਨੂੰ ਬੁਲਾ ਲਿਆ, ਬਾਅਦ ਵਿੱਚ ਪਤਾ ਲੱਗਾ ਕਿ ਮਟਨ ਤੇ ਬੀਫ ਵੀ ਖਾਂਦੇ ਆ। ਉਹ ਥੋੜਾ ਜਿਹਾ ਟੈਕਨੀਕਲ ਇਸ਼ੂ ਆ। ਦੂਸਰਾ ਜਿਹੜਾ ਸਿਲੈਕਟਿਵ ਇਸ਼ੂ, ਯਾਨੀ ਕਿ ਮੈਂ ਵਾਈਟ ਮੀਟ ਦਾ ਸ਼ੌਕੀਨ ਆ, ਰੈਡ ਮੀਟ ਤੋਂ ਖੁਸ਼ਬੂ ਤੋਂ ਹੀ ਜਾਨ ਜਾਂਦੀ ਹੈ। ਉਹ ਪਲੇਟ ਚਾਵਲਾਂ ਦੀ ਭਰੀ ਹੋਈ ਕਦੀ ਪਈ ਨਾ ਹੁੰਦੀ ਜੇ ਰੈਡ ਵਾਈਟ ਦਾ ਮਸਲਾ ਨਾ ਹੁੰਦਾ। ਨਹੀਂ ਇਹ ਫਿਰ ਮਤਲਬ ਇਹਦਾ ਕੋਈ ਟੈਸਟ ਕਰਾਇਆ ਸੀ ਜਾਂ ਕੁਝ ਹੋਰ ਵੀ ਹੈ? ਨਹੀਂ, ਉਹ ਸਿੰਪਟਮਸ ਹੀ ਸਾਰੇ ਨਜ਼ਰ ਆ ਗਏ ਸੀ। ਡਾਕਟਰ ਸਾਹਿਬ ਤੁਹਾਡੇ ਵੀ ਤਾਂ ਇੱਕ ਦੋਸਤ ਹੈ ਜਿਹੜੇ ਮਤਲਬ ਇਸ ਚੀਜ਼ ਨੂੰ ਡਾਇਗਨੋਸ ਕਰਦੇ ਆ ਸਪੈਸ਼ਲੀ, ਹਾਂਜੀ ਕੀ ਟੈਕਨੋਲੋਜੀ ਹੈ ਤੇ ਉਹ ਕੀ ਸ਼ੈ ਆ? ਉਹ ਤਾਂ ਇਹ ਦੱਸਦੇ ਆ ਨਾ ਜੀ, ਅੱਖਾਂ 'ਚ ਦੇਖ ਕੇ। ਅੱਛਾ। ਇਹ ਦੱਸਦੇ ਆ ਵੀ ਫਲਾਂ ਤੇਰੇ 'ਚ ਬਈ ਉਹ ਐਂਜ਼ਾਈਮ ਨਹੀਂ ਹੈਗੇ, ਤੂੰ ਦੁੱਧ ਨਹੀਂ ਪੀਣਾ। ਅੱਛਾ ਠੀਕ ਹੈ। ਫਲਾਂ ਬੰਦਿਆ ਤੂੰ ਸ਼ੂਗਰ ਵਾਸਤੇ ਅੰਬ ਖਾਣੇ ਆ, ਤੈਨੂੰ ਅੰਬ ਕੁਛ ਨਹੀਂ ਕਹੂਗਾ, ਸਭ ਵਾਸਤੇ ਨਹੀਂ ਹੈ, ਜਿਹੜੀ ਉਹਦੀ ਤਬੀਅਤ ਦੇ ਮੁਤਾਬਕ ਉਹ ਦੱਸ। ਸਹੀ। ਬਾਅਦ ਨੂੰ ਕਹਿੰਦੇ ਆ ਵੀ ਤੁਸੀਂ ਗੋਸ਼ਤ ਖਾਣਾ, ਬਹੁਤ ਥੋੜੇ ਬੰਦੇ ਆ ਜਿਨ੍ਹਾਂ ਨੂੰ ਕਹਿਣਗੇ ਵੀ ਤੁਸੀਂ ਗੋਸ਼ਤ ਨਹੀਂ ਖਾਣਾ। ਕਿਸੇ ਨੂੰ ਉਹ ਕਹਿੰਦੇ ਆ, ਉਹਨਾਂ ਦੀ ਡਾਇਗਨੋਸ ਦਾ ਉਹਨੂੰ ਕਹਿੰਦੇ ਇਰੀਡੋਲੋਜੀ। ਅੱਛਾ। ਉਹਦੀ ਡਾਇਗਨੋਸ ਦਾ ਤਰੀਕਾ ਇਹ ਹੈ ਕਿ ਅੱਖਾਂ ਜਿਹਦੇ ਨਾਲ ਦੇਖੀਆਂ ਜਾਂਦੀਆਂ ਨਾ, ਉਹ ਪੋਰਟੇਬਲ ਹੁੰਦੀ ਹੈ, ਉਹ ਅੱਖ 'ਚ ਦੇਖ ਕੇ ਦੱਸਦੇ ਆ ਵੀ ਆ ਇਸ ਬੰਦੇ ਵਾਸਤੇ ਸੂਟ ਕਰਦਾ ਤੇ ਇਹ ਨਹੀਂ ਕਰਦਾ। ਉਹਨਾਂ ਦੇ ਹੁਣ ਮੇਰੀ ਫੈਮਿਲੀ 'ਚ ਨਾ ਜੀ ਸਭ ਨੂੰ ਇਹ ਕਿਹਾ ਹੋਇਆ ਵੀ ਤੁਸੀਂ ਦੁੱਧ ਨਹੀਂ ਪੀਣਾ, ਔਰ ਹਕੀਕ ਹਾਂਜੀ ਉਹਨਾਂ ਨੇ ਕਿਹਾ ਵੀ ਤੁਸੀਂ, ਔਰ ਪਹਿਲੇ ਤਾਂ ਐਸਾ ਨਹੀਂ ਸੀ ਹੁੰਦਾ, ਲੇਕਿਨ ਇਹ ਹੈ ਵੀ ਜਦੋਂ ਜਿਹੜੇ ਬੰਦਿਆਂ ਨੂੰ ਦੁੱਧ ਅਲਾਓ ਨਹੀਂ ਕਰਦੇ ਨਾ, ਉਹ ਜਦੋਂ ਉਹ ਦੁੱਧ ਪੀ ਲੈਣ ਉਹਨਾਂ ਦੀ ਲਾਜ਼ਮੀ ਤਬੀਅਤ ਖਰਾਬ ਹੋ ਜਾਂਦੀ। ਲੇਕਿਨ ਇਹ ਹੈ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਚਾਹ ਪੀ ਸਕਦੇ ਆ, ਉਹ ਚਾਹ ਸਾਨੂੰ ਕੁਛ ਨਹੀਂ ਕਹਿੰਦੀ, ਲੇਕਿਨ ਅਗਰ ਪਿਓਰ ਦੁੱਧ ਪੀਏ ਨਾ ਜੀ ਫਿਰ ਪੇਟ ਖਰਾਬ ਹੋ ਜਾਂਦਾ। ਤੁਹਾਡਾ ਜਿਹੜਾ ਕੇਸ ਹੈ ਨਾ, ਮੇਰਾ ਇਹ ਖਿਆਲ ਹੈ ਵੀ ਤੁਹਾਡਾ ਕੇਸ ਸਾਡੇ ਵਾਲਾ ਕੇਸ ਨਹੀਂ ਹੈ। ਤੁਹਾਡਾ ਕੇਸ ਸਪੈਸ਼ਲੀ ਕਿਸੇ ਵਜ੍ਹਾ ਨਾਲ ਵਕਤੀ ਤੌਰ ਤੇ ਡਿਸਟਰਬ ਹੋਇਆ, ਉਸ ਡਿਸਟਰਬੈਂਸ ਤੋਂ ਬਾਅਦ ਤੁਹਾਨੂੰ ਦੁੱਧ ਹਜ਼ਮ ਹੋਣਾ ਖਤਮ ਹੋਇਆ। ਹੁਣ ਜਿਵੇਂ ਤੁਸੀਂ ਦੱਸਦੇ ਆ ਨਾ ਵੀ ਹੁਣ ਮੈਂ ਕੁਛ ਕਰ ਲੈਂਦਾ, ਇਹਦਾ ਮਤਲਬ ਹੈ ਉਹ ਡੈਮੇਜ ਜਿਹੜਾ ਨਾ ਰਿਕਵਰ ਹੋ ਰਿਹਾ, ਤੇ ਉਹ ਆਹਿਸਤਾ ਆਹਿਸਤਾ ਤੁਸੀਂ ਇਸ ਕਾਬਲ ਹੋ ਜਾਓਗੇ ਵੀ। ਡਾਕਟਰ ਨੇ ਇਹੀ ਕਿਹਾ ਸੀ ਵੀ ਮਿਹਦੇ 'ਚ ਇਨਫੈਕਸ਼ਨ ਹੋਇਆ ਤਾਂ ਫਿਰ ਹੋਣਾ ਰਿਪੇਅਰ। ਜੀ ਜੀ। ਉਹਦੇ 'ਚ ਉਹ ਡਾਕਟਰ ਸਾਹਿਬ ਜਿਹੜਾ ਕਰਦੇ ਆ ਨਾ, ਉਹ ਦੇਖਦੇ ਆ ਅੱਖ ਦਾ ਆ ਜਿਹੜਾ ਅਦਸਾ ਜਿਹੜਾ ਵਾ ਰੈਟੀਨਾ। ਹਾਂ ਅੱਛਾ, ਜਿਸ ਤਰ੍ਹਾਂ ਆ ਜਿਹੜਾ ਅੰਗੂਠੇ ਦੀ ਜਿਹੜੇ ਆ ਨਾ, ਇਹ ਇਹ ਬਹੁਤ ਘੱਟ ਮਿਲਦਾ ਵਾ ਦੁਨੀਆ ਤੇ। ਨਹੀਂ ਜੀ, ਉਹ ਕਹਿੰਦੇ ਕਿ ਸੌਫਟ ਜਿਹੜਾ ਨਾ ਵੀ ਅਗਰ ਵੈਸੇ ਤਾਂ ਨਹੀਂ ਮਿਲਦਾ, ਲੇਕਿਨ ਜਦੋਂ ਪ੍ਰਿੰਟ ਲਏ ਜਾਂਦੇ ਆ ਨਾ, ਉਹਦੇ 'ਚ 0.05% ਚਾਂਸ ਹੁੰਦੇ ਆ ਕਿ 2 ਬੰਦਿਆਂ ਦੇ ਇੱਕੋ ਜਿਹੇ ਤੁਹਾਨੂੰ, ਯਾਨੀ ਕਿ ਨਾ ਟੈਕਨੋਲੋਜੀ ਦੇ, ਯਾਨੀ ਕਿ ਵੈਸੇ ਕੁਦਰਤੀ ਤੌਰ ਤੇ ਤਾਂ ਨਹੀਂ ਹੁੰਦੇ, ਲੇਕਿਨ ਉਹ ਇਤਨਾ ਟੈਕਨੋਲੋਜੀ ਇਤਨੀ ਬਰੀਕ 'ਚ ਨਹੀਂ ਆਉਂਦਾ, ਉਹ ਤੇ ਕਰੋੜਾਂ 'ਚ ਨਾ ਉਹ ਇੰਨਾ ਕਰ ਜਾਂਦਾ। ਲੇਕਿਨ ਜਿਹੜਾ ਅੱਖ ਵਾਲਾ ਨਾ, ਕਹਿੰਦੇ ਇਹਦੇ 'ਚ ਕੋਈ ਐਸਾ ਯਾਨੀ ਕਿ ਇਨਫਰਾਦੀਅਤ ਵਾਲੀ ਹੈ ਵੀ ਇਹ ਨਹੀਂ ਰਲਦੀ ਹੈ ਇੱਕ ਦੂਸਰੇ ਨਾਲ, ਰੱਬ ਦੀ ਕੁਦਰਤ। ਹਾਂ, ਅਰੇ ਇੱਥੇ ਯਾਨੀ ਕਿ ਉਹ ਸਾਰੀ ਇੱਕ ਕਿਸਮ ਦੀ ਕੋਡਿੰਗ ਜਿਹੜੀ ਆ ਨਾ ਹੋਈ ਹੁੰਦੀ ਆ ਚੀਜ਼ਾਂ ਦੀ, ਵੀ ਕੀ ਕਿਹੜੀ ਚੀਜ਼ ਮੁਫੀਦ ਆ ਕਿਹੜੀ ਨਹੀਂ ਹੈ। ਐਸੇ ਹੀ ਹੈ ਨਾ ਡਾਕਟਰ ਸਾਹਿਬ? ਹਾਂਜੀ ਆਪਣੇ ਸਿਰਫ ਪਾਕਿਸਤਾਨ 'ਚ ਨਾ ਜੀ ਉਹ ਸਾਹੀਵਾਲ ਤੋਂ ਜਿਹੜੇ ਜ਼ਫਰ ਇਕਬਾਲ ਲੋਧੀ ਸਾਹਿਬ ਆ ਨਾ, ਉਹੀ ਇੱਕ ਮੇਰਾ ਇਹਦੇ ਸਪੈਸ਼ਲਿਸਟ, ਹੋਰ ਵੀ ਸ਼ਾਇਦ ਕੋਈ ਹੋਵੇ, ਲੇਕਿਨ ਸਾਨੂੰ ਇਹਦੀ ਖਬਰ ਨਹੀਂ ਹੈਗੀ।
ਤੇ ਉਹ ਰੈਟੀਨਾ ਨੂੰ ਦੇਖ ਕੇ ਦੱਸਦੇ ਹੈ ਵੀ ਤੈਨੂੰ ਅਗਰ ਫਲਾਂ ਮਰਜ਼ ਹੈ, ਫਲਾਂ ਮਰਜ਼ ਹੈ ਔਰ ਤੂੰ ਆਹ ਚੀਜ਼ ਖਾਣੀ ਹੈ ਤੇ ਆਹ ਨਹੀਂ ਖਾਣੀ, ਚਾਹੇ ਲੈ ਲਓ। ਤੇ ਉਹਦੇ ਨਾਲ ਨਾ ਉਹਦੀ ਇੰਪਰੂਵਮੈਂਟ ਸ਼ੁਰੂ ਹੋ ਜਾਂਦੀ ਹੈ ਅਗਰ ਉਹ ਐਕਟ ਅਪਨ ਕਰੇ ਉਹਦੇ ਤੇ। ਹਬੀਬ ਸਾਹਿਬ ਨੇ ਕੋਈ ਸਾਲ ਕੁ ਪਹਿਲੇ ਉਹਨਾਂ ਤੋਂ ਜਿਹੜਾ ਵਾ ਨਾ ਕੰਸਲਟੇਸ਼ਨ ਕੀਤੀ ਸੀ, ਤੇ ਇਹਨਾਂ ਨੇ ਨਾ ਰੋਟੀ ਛੱਡੀ, ਤੇ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਦੇ ਕੀ ਅਸਰਾਤ ਰਹੇ ਆ। ਉਹ ਤੁਸੀਂ ਦੱਸਿਓ ਜੀ। ਉਹ ਜ਼ਰੂਰ ਮੈਂ ਇੱਕ ਥੋੜੀ ਜਿਹੀ ਐਡ ਕਰਨੀ ਜੀ ਕरें। ਮੈਂ ਗੱਲ ਕਰਨਾ ਚਾਹੁੰਦਾ ਵੀ ਕੈਮਰਾ ਦੇ ਵਿੱਚ ਨਾ ਡਾਕਟਰ ਸਾਹਿਬ ਦੀ ਫੋਟੋ ਨਹੀਂ ਆ ਰਹੀ, ਤੇ ਉਹ ਡਾਕਟਰ ਸਾਹਿਬ ਨੇ ਕਿਹਾ ਹੈਗਾ ਕਿ ਮੈਂ ਭਾਈ ਜੀ ਕੈਮਰੇ ਦੇ ਸਾਹਮਣੇ ਆਣਾ ਨਹੀਂ ਹੈ, ਲੇਕਿਨ ਤੁਹਾਡੇ ਤੱਕ ਐਡੀ ਜਿਹੜੀ ਕੀਮਤੀ ਗੱਲਾਂ ਨਾ ਉਹ ਤੁਹਾਡੇ ਤੱਕ ਪਹੁੰਚ ਰਹੀਆਂ। ਤੇ ਹਬੀਬ ਸਾਹਿਬ ਰਾਣਾ ਸਾਹਿਬ ਨੇ ਉਹ ਮੈਂ ਦੱਸਣਾ ਚਾਹ ਰਿਹਾ ਹਾਂ ਵੀ ਮੈਨੂੰ ਡਾਕਟਰ ਸਾਹਿਬ ਨੇ ਨਾ ਕਈ ਦੋਸਤਾਂ ਦੇ ਬਾਰੇ ਹੀ ਦੱਸਿਆ ਕਿ ਜੀ ਮੈਂ ਆਪਣੀ ਫੈਮਿਲੀ ਨੂੰ ਲੈ ਕੇ ਗਿਆ, ਕਿਉਂਕਿ ਇਹਨਾਂ ਦੇ ਛੋਟੇ ਭਾਈ ਵੀ ਮੇਰੇ ਸ਼ਾਗਿਰਦ ਆ, ਦੋਸਤ ਵੀ ਆ, ਹਮ ਉਮਰ ਵੀ ਹੈ। ਤੇ ਮੈਂ ਵੀ ਛੋਟੇ ਭਾਈ ਨੂੰ ਲੈ ਕੇ ਗਿਆ, ਉਹਨੂੰ ਉਹਨਾਂ ਨੇ ਇਹ ਦੱਸਿਆ। ਉਹ ਮੇਰੇ ਜ਼ਿਹਨ ਮੈਂ ਨਾ ਇਤਨਾ ਨਹੀਂ ਸੀ ਇਸ ਗੱਲ ਤੇ ਕਾਇਲ ਹੋ ਰਿਹਾ। ਮੈਂ ਕਿਹਾ ਯਾਰ ਉਹ ਕਿਹੜਾ ਡਾਕਟਰ ਆ ਜਿਹੜਾ ਸਿਰਫ ਇਹ ਕਹਿੰਦਾ ਵੀ ਤੂੰ ਆਹ ਸ਼ੈ ਖਾ ਲਾ, ਆਹ ਸ਼ੈ ਖਾ ਲਾ। ਮੈਂ ਇੱਕ ਦਿਨ ਇਸੇ ਤਰ੍ਹਾਂ ਜਿਵੇਂ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਜੀ ਇਸ ਗੱਲ ਦਾ ਫਿਗਰ ਆਊਟ ਕਿਸ ਤਰ੍ਹਾਂ ਕਰਦਾ ਆ ਵੀ ਤੂੰ ਇਹ ਚੀਜ਼ ਖਾਣੀ ਆ ਜਾਂ ਤੈਨੂੰ ਇਹ ਚੀਜ਼ ਮਾਫਕ ਆ, ਯਾਨੀ ਚਾਰੇ ਚੀਜ਼ਾਂ ਦੇ ਬਾਰੇ ਚ ਖਾਨ ਸਾਹਿਬ ਦੱਸਦਾ ਆ। ਮੀਟ ਦੇ ਬਾਰੇ ਦੱਸਦਾ ਕਿ ਕਿਹੜਾ ਤੁਸੀਂ ਲੈ ਸਕਦੇ ਆ ਔਰ ਕਿਹੜਾ ਨਹੀਂ ਲੈ ਸਕਦੇ। ਵੈਜੀਟੇਬਲਸ ਦੇ ਬਾਰੇ ਚ ਵੀ ਉਹ ਦੱਸਦਾ ਹੈ ਕਿ ਕਿਹੜੀਆਂ ਤੂੰ ਖਾ ਸਕਦਾ ਹੈ ਔਰ ਕਿਹੜੀਆਂ ਨਹੀਂ ਖਾ ਸਕਦਾ। ਇਸੇ ਤਰ੍ਹਾਂ ਹੀ ਬੀਡਸ ਦੇ ਬਾਰੇ ਚ ਵੀ ਉਹ ਦੱਸਦੇ ਆ ਔਰ ਫਰੂਟਸ ਦੇ ਬਾਰੇ ਚ ਵੀ ਉਹ ਦੱਸਦੇ ਆ। ਡਰਾਈ ਫਰੂਟ ਦੇ ਬਾਰੇ ਚ, ਹਾਂ ਬੀਡਸ ਚ ਆ ਗਿਆ, ਡਰਾਈ ਫਰੂਟਸ ਜਿਹੜੇ ਹੈ ਉਹਨਾਂ ਦੇ ਬਾਰੇ ਚ। ਉਹ ਇਹਨਾਂ ਨੇ ਮੈਨੂੰ ਦੱਸਿਆ ਜੀ, ਉਹ ਨਾ ਮੈਂ ਕਿਹਾ ਜੋ ਟੈਸਟ ਕਰਵਾਉਂਦੇ ਆ ਖੂਨ ਦੇ, ਕਹਿੰਦੇ ਨਹੀਂ ਉਹ ਆਇਰਸ ਦੇਖਦੇ ਆ ਔਰ ਇੱਕ ਟੈਕਨੀਕਲੀ ਇਰਿਡੋਲੋਜੀ ਦੇ ਨਾਮ ਤੋਂ ਇੱਕ ਸਾਇੰਸ ਆ ਬਾਕਾਇਦਾ, ਉਹ ਮੈਂ ਗੂਗਲ ਕੀਤੀ, ਤੁਸੀਂ ਵੀ ਕਰ ਸਕਦੇ ਆ। ਉਹ ਵਾਕਿਆ ਤਾਂ ਨਹੀਂ, ਮੈਂ ਜਦੋਂ ਉਹਨੂੰ ਗੂਗਲ ਕੀਤਾ ਨਾ ਤੇ ਮੈਨੂੰ ਨਜ਼ਰ ਆਇਆ, ਫਿਰ ਮੇਰਾ ਯਕੀਨ ਬਣਿਆ ਕਿ ਉਹ ਬੰਦਾ ਜਿਹੜਾ ਹੈ ਆ ਉਹ ਇੱਕ ਸਾਇੰਟੀਫਿਕ ਬੁਨਿਆਦਾਂ ਤੇ ਹੀ ਤੁਹਾਨੂੰ ਤੁਹਾਡੀ ਗ਼ਜ਼ਾ ਜਿਹੜੀ ਹੈ ਨਾ ਤਜਵੀਜ਼ ਕਰਦਾ ਹੈ। ਫਿਰ ਮੈਂ ਉਹਦੇ ਕੋਲ ਗਿਆ ਜੀ, ਫਿਰ ਮੈਂ ਉਹ ਮੇਰੇ ਸਾਹਮਣੇ ਉਹਨਾਂ ਦੀ ਤਰੀਕਾਕਾਰ ਵੀ ਇਹੀ ਆ ਕਿ 15 ਲੋਕਾਂ ਨੂੰ ਆਪਣੇ ਰੂਮ ਚੋਂ ਬੁਲਾ ਲੈਂਦਾ। ਖਾਨ ਸਾਹਿਬ ਨੂੰ ਵੀ ਮੈਂ ਲੈ ਕੇ ਗਿਆ। ਹਾਂ, ਮੈਂ ਰੋਟੀ ਨਹੀਂ ਛੱਡ ਸਕਿਆ। ਹਾਂਜੀ, ਖਾਨ ਸਾਹਿਬ ਨੂੰ ਲੈ ਕੇ ਗਿਆ। ਇਹਨਾਂ ਦੇ ਨਾਲ ਇੱਕ ਉਸ ਦਿਨ ਵੀ ਡਾਕਟਰ ਸਾਹਿਬ ਸਾਡੇ ਨਾਲ ਹੀ ਸੀਗੇ, ਤੇ ਬਲਕਿ ਅੰਜਮ ਸਰੋਇਆ ਸਾਹਿਬ ਦੇ ਵਾਲਿਦ ਸਾਹਿਬ ਨੂੰ ਵੀ ਅਸੀਂ ਲੈ ਕੇ ਗਏ। ਉਹ ਵੀ ਨਹੀਂ ਰੋਟੀ ਮੇਰੇ ਤਰ੍ਹਾਂ ਛੱਡ। ਹਾਂ, ਉਹ ਉਹਨਾਂ ਨੂੰ ਲੈ ਕੇ ਗਏ ਔਰ ਉੱਥੇ ਬਲਕਿ ਬੈਠੇ ਸੀ ਜਦੋਂ ਲੋਕਾਂ ਨੇ ਇਹਨਾਂ ਨੂੰ ਪਹਿਚਾਣ ਲਿਆ ਕਿ ਜੀ ਤੁਸੀਂ ਸਰੋਇਆ ਸਾਹਿਬ ਦੇ ਨਾਲ ਹੁੰਨੇ ਆ। ਇਹ ਵੀ ਗੱਲਬਾਤ ਉੱਥੇ ਅੱਛੀ ਹੋਈ। ਉਹਨਾਂ ਨੇ ਫਿਰ ਇਹ ਸਾਰੀ ਸਾਇੰਸ ਜਿਹੜੀ ਨਾ ਉਹ 15 ਲੋਕਾਂ ਨੂੰ ਬਿਠਾਉਂਦੇ ਆ, 15 ਲੋਕਾਂ ਦੇ ਇਸੇ ਤਰ੍ਹਾਂ ਆਇਰਸ ਚੈੱਕ ਕਰਦੇ ਰਹਿੰਦੇ ਔਰ ਫਾਰਮ ਦੇ ਉੱਤੇ ਲਿਖਦੇ ਰਹਿੰਦੇ ਆ ਤੂੰ ਇਹ ਖਾ ਸਕਦਾ, ਤੂੰ ਇਹ ਖਾ। ਉਸ ਤੋਂ ਬਾਅਦ ਉਹ 15 ਦੇ 15 ਨਾ ਉਹਨਾਂ ਦੇ ਕਮਰੇ 'ਚ ਹੀ ਬੈਠੇ ਰਹਿੰਦੇ ਆ। ਫਿਰ ਉਹ ਇੱਕ ਸੈਸ਼ਨ ਕੰਡਕਟ ਕਰਦੇ 15 ਮਿੰਟ ਦਾ। ਕਹਿੰਦੇ ਯਾਰ ਤੁਸੀਂ ਸੋਚਦੇ ਹੋਣੇ ਵੀ ਮੈਂ ਖਾਲਦ ਨੂੰ ਜਿਹੜਾ ਆ ਮਤਲਬ ਦੁੱਧ ਅਲਾਓ ਕਰ ਦਿੱਤਾ, ਖਾਨ ਸਾਹਿਬ ਨੂੰ ਦੁੱਧ ਮਨਾ ਕਰ ਦਿੱਤਾ, ਕੀ ਵਜ੍ਹਾ ਹੈ? ਫਿਰ ਉਹ ਦੱਸਦੇ ਸਾਰੀ ਸੂਰਤ-ਹਾਲ, ਜਿਸ ਤਰ੍ਹਾਂ ਇਹਨੇ ਦੱਸਿਆ ਲੈਕਟੋਲੋਜ਼ ਦਾ ਜ਼ਿਕਰ ਉੱਥੇ ਵੀ ਹੋਇਆ। ਇਹਨੂੰ ਤਾਂ ਅਸੀਂ ਨਾ ਆਪਣੇ ਡਰ ਤੋਂ ਨਹੀਂ ਲੈ ਕੇ ਜਾ ਰਹੇ ਉੱਥੇ ਵੀ ਝੂਠਾ ਨਾ ਪੈ ਜਾਵੇ ਸਾਡਾ ਸਾਰਾ ਵੀ ਕਿਤੇ ਉਹ ਅੱਖ ਦੇਖੇ ਤੇ ਕਹੇ ਵੀ ਤੂੰ ਦੁੱਧ ਪੀ ਸਕਦਾ ਹੈ। ਇਹਨੇ ਤਾਂ ਮੰਨਣਾ ਨਹੀਂ ਹੈ, ਇਹਨੇ ਤਾਂ ਮੰਨਣਾ ਨਹੀਂ ਹੈ, ਤੇ ਇਹਨੇ ਕਹਿਣਾ ਵੀ ਤੁਸੀਂ ਵੀ ਗੱਲ। ਲੇਕਿਨ ਮੈਂ ਸਰ ਉਹਨੂੰ ਸਟਰੋਂਗਲੀ ਅਬਜ਼ਰਵ ਕੀਤਾ। ਅੱਛਾ, ਇੱਕ ਹੋਰ ਆ ਉਹਨਾਂ ਦੀ ਥਿਊਰੀ। ਹਾਂਜੀ, ਆਮ ਤੌਰ ਤੇ ਸਾਡੇ ਜਿਗਰ ਦੇ ਬਾਰੇ ਚ ਨਾ ਦੇਸੀ ਇਹੀ ਕਿਹਾ ਜਾਂਦਾ ਬੰਦਿਆਂ ਦਾ ਵੀ ਅਗਰ ਕਿਸੇ ਦਾ ਜਿਗਰ ਖਰਾਬ ਆ ਨਾ ਇਹਨੂੰ ਠੰਡੀਆਂ ਛਾਵਾਂ ਖਵਾਓ। ਹੈ ਉਹਨਾਂ ਦਾ ਇਹ ਆ, ਉਹ ਕਹਿੰਦੇ ਕਿ ਜਿਗਰ ਨੂੰ ਨਾ ਪ੍ਰੋਟੀਨ ਚਾਹੀਦੀ ਹੁੰਦੀ ਹੈ। ਹਾਂਜੀ, ਹੈ ਜਿਗਰ ਨੂੰ ਰੌਲਾ ਜਿਹੜਾ ਵਾ ਨਾ ਇਹ ਠੰਡੀਆਂ, ਜਿਗਰ ਅਗਰ ਖਰਾਬ ਹੁੰਦਾ ਨਾ ਤਾਂ ਪ੍ਰੋਟੀਨ ਦੀ ਕਮੀ ਦੀ ਵਜ੍ਹਾ ਤੋਂ ਹੁੰਦਾ। ਪ੍ਰੋਟੀਨ ਉਹਦੀ ਖੁਰਾਕ ਆ, ਉਹਦੇ ਚ ਯਾਨੀ ਕਿ ਦੱਸਦੇ ਆ ਵੀ ਰੋਜ਼ਾਨਾ ਜਿਹੜਾ ਵਾ ਨਾ ਤੁਸੀਂ ਇੰਨੀ ਪ੍ਰੋਟੀਨ ਜਿਹੜੀ ਆ ਨਾ ਉਹ ਲੈਣੀ ਆ। ਉਹ ਭਾਵੇਂ ਅੰਡਿਆਂ ਦੀ ਸ਼ਕਲ ਚ ਲਓ, ਭਾਵੇਂ ਉਹ ਮਛਲੀ ਦੀ ਸ਼ਕਲ ਚ ਲਓ, ਭਾਵੇਂ ਨਟਸ ਦੀ ਸ਼ਕਲ ਚ ਲਓ। ਉਹ ਯਾਨੀ ਕਿ ਤੁਸੀਂ ਨਾ ਉਨੀ ਪ੍ਰੋਟੀਨ ਲੈਣੀ ਆ ਤੇ ਤੁਹਾਡਾ ਜਿਗਰ ਜਿਹੜਾ ਨਾ ਠੀਕ ਕੰਮ ਕਰਦਾ। ਉਹ ਬੜਾ ਉਹਨਾਂ ਦੀ ਅੱਛੀ ਫਿਲਾਸਫੀ। ਅੱਛਾ, ਕੁਦਰਤੀ ਲੱਕੀਲੀ ਨਾ ਉਹਨਾਂ ਦੇ ਕੋਲ ਜਾਣ ਤੋਂ ਪਹਿਲੇ ਮੈਂ ਇੱਕ ਇੰਡੀਅਨ PhD ਡਾਕਟਰ ਹਾਂ, ਉਹਨਾਂ ਦਾ ਨਾਮ ਤਾਂ ਮੇਰੇ ਯਾਦ ਨਹੀਂ ਰਿਹਾ ਹੈ। ਉਹਨਾਂ ਦਾ ਮੈਂ ਜਿਗਰ ਦੇ ਬਾਰੇ 'ਚ ਇੱਕ ਲੈਕਚਰ ਸੁਣ ਲਿਆ। 30 ਮਿੰਟ ਦੀ 2 ਵੀਡੀਓ ਸੀ ਡਾਕਟਰ ਸਾਹਿਬ। ਉਹਨਾਂ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਅੱਲਾ ਨੇ ਨਾ ਤੁਹਾਡੇ ਜਿਸਮ ਦੇ ਅੰਦਰ ਜਿਗਰ ਇੱਕ ਐਸਾ ਆਰਗਨ ਬਣਾਇਆ ਜਿਹੜਾ ਤੁਹਾਡੇ ਪੂਰੇ ਜਿਸਮ ਦਾ ਇੱਕ ਡਾਕਟਰ ਆ। ਇਸੇ ਲਈ ਉਹਨੇ ਕਿਹਾ ਕਿ ਇਹਨੂੰ ਸੈਕੰਡ ਬ੍ਰੇਨ ਕਹਿੰਦੇ ਆ। ਇੱਕ ਬ੍ਰੇਨ ਇਹ ਆ, ਦੂਸਰਾ ਬ੍ਰੇਨ ਇਹ ਹੈ।
ਇਤਨੇ ਅੱਛੇ ਤਰੀਕੇ ਨਾਲ ਉਸ ਬੰਦੇ ਨੇ ਸਮਝਾਇਆ। ਉਹਨੇ ਕਿਹਾ ਹਰ ਚੀਜ਼ ਜਿਹੜੀ ਹੈ ਨਾ ਉਹ ਜਿਗਰ ਤੋਂ ਹੀ ਸਾਰੇ ਮਾਮਲਾ ਜਿਹੜੇ ਆ ਨਾ ਚੱਲ ਰਹੇ ਆ। ਡਰਾਈਵਰ ਹੋਈ ਆ, ਡਰਾਈਵਰ ਹੋਗਾ ਜੀ ਹਰ ਜਿਸਮ ਵਿੱਚ ਇਨਫੈਕਸ਼ਨ ਹੋਇਆ ਉਹਨੇ ਵਾਈਟ ਬਲੱਡ ਸੈੱਲ ਵਧਾ ਦੇਣੇ ਆ। ਵਾਈਟ ਬਲੱਡ ਸੈੱਲ ਤਾਂ ਜੀ ਇੱਕ ਫੌਜ ਆ, ਮਤਲਬ ਵੀ ਲੇਕਿਨ ਉਹਨੂੰ ਉਹਨੇ ਪੈਦਾ ਕਰਨੇ ਆ ਵੀ ਇਹ ਫੌਜ ਦੀ ਖੜੇ ਕਰਨੇ ਆ ਵੀ ਇਹਨੂੰ ਰੋਕ ਕਿਸੇ ਤਰ੍ਹਾਂ। ਹਾਂ ਦੇਖੋ ਨਾ ਹੁਣ ਉਹਨੇ ਫਿਰ ਜਿਸ ਤਰ੍ਹਾਂ ਕਹਿ ਰਹੇ ਪ੍ਰੋਟੀਨ ਦਾ, ਮੈਂ ਫਿਰ ਉਹਨਾਂ ਨੂੰ ਸਵਾਲ ਕੀਤਾ ਡਾਕਟਰ ਸਾਹਿਬ ਨੂੰ ਬੜਾ, ਉਹ ਕਹਿੰਦੇ ਜੀ ਮੇਰੇ ਕੋਲ ਨਾ ਆਓ, ਤੁਸੀਂ ਜਾ ਕੇ ਲੋਕਾਂ ਨੂੰ ਦੱਸੋ। ਇਹ ਉਹਨਾਂ ਨੇ ਬਾਕਾਇਦਾ ਕਿਹਾ ਸੀ, ਚਲੋ ਅੱਜ ਉਹ ਡਿਊਟੀ ਵੀ ਪੂਰੀ ਹੋ ਜਾਊਗੀ। ਮੈਂ ਕਿਹਾ ਜੀ ਅਸੀਂ ਕਿਵੇਂ ਦੱਸ ਸਕਦੇ ਹਾਂ, ਤੁਸੀਂ ਸਾਡੀ ਅੱਖ ਦੇਖ ਕੇ ਦੱਸਿਆ, ਅਸੀਂ ਉਹਦੀ ਅੱਖ ਕਿਵੇਂ ਦੇਖਾਂਗੇ। ਉਹਨੇ ਕਿਹਾ ਅੱਖ ਨਾ ਦੇਖੋ, ਵੀ 8 ਸੋਰਸ ਆ ਪ੍ਰੋਟੀਨ ਦੇ, 8 ਦੇ ਵਿੱਚੋਂ 4 ਸੋਰਸ ਐਸੇ ਆ ਕਿ ਜਿਹੜੇ ਦੁਨੀਆ ਦੇ ਹਰ ਬੰਦੇ ਨੂੰ ਅਲਾਉਡ ਆ, ਤੁਸੀਂ ਉਹ 4 ਉਹਨੂੰ ਦੱਸ ਦਿਓ ਕਿ ਤੂੰ ਸੋਇਆਬੀਨ ਖਾ ਸਕਦਾ ਜੀ, ਇਹਦੇ 'ਚ ਕੋਈ ਮਨਾ ਨਹੀਂ ਹੈ, ਤੂੰ ਅੰਡਾ ਹਰ ਦੁਨੀਆ ਦਾ ਬੰਦਾ ਖਾ ਸਕਦਾ ਆ, ਠੀਕ ਹੈ ਜੀ। ਬਾਦਾਮ ਜਿਹੜੇ ਆ, ਕੀ ਕਹਿੰਦੇ ਜੀ ਇਹਨੂੰ ਅੰਗਰੇਜ਼ੀ 'ਚ, ਮੇਰੇ ਦੇਨ 'ਚ ਨਿਕਲ ਗਿਆ ਹੁਣ, ਐਲਮੰਡ, ਉਹ ਤੁਸੀਂ ਹਰ ਕੋਈ ਖਾ ਸਕਦਾ। ਔਰ ਫਿਸ਼, ਇਹ 4 ਸੋਰਸਸ ਆਫ ਪ੍ਰੋਟੀਨਸ ਐਸੇ ਆ ਕਿ ਦੁਨੀਆ ਦਾ ਹਰ ਸ਼ਖਸ ਖਾ ਸਕਦਾ ਹੈ, ਕਿਸੇ ਨੂੰ ਮਾਨੇ ਨਹੀਂ ਹੈ। ਬਾਕੀ ਕਹਿ ਰਿਹਾ ਮੈਂ ਤਾਂ ਸਿਰਫ ਤੁਹਾਡੇ ਗੋਸ਼ਤ ਦੇ ਬਾਰੇ 'ਚ, ਸਬਜ਼ੀਆਂ ਦੇ ਬਾਰੇ 'ਚ, ਫਰੂਟਸ ਦੇ ਬਾਰੇ 'ਚ ਹੀ ਸੈਗਰੀਗੇਸ਼ਨ ਕਰ ਰਿਹਾ ਨਾ। ਮੈਂ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਅੰਡਾ ਨਹੀਂ ਖਾਣਾ, ਕਿਸੇ ਨੂੰ ਇਹ ਨਹੀਂ ਕਿਹਾ ਤੂੰ ਫਿਸ਼ ਨਹੀਂ, ਇਸ ਤਰ੍ਹਾਂ ਕਰਕੇ ਨਾ। ਬਹਰਹਾਲ ਜੀ ਉਹਦਾ ਮੈਂ ਆਬਜ਼ਰਵ ਕੀਤਾ ਜੀ 1.5 ਸਾਲ। ਨਹੀਂ ਇਹ ਬੜੀ ਅੱਛੀ ਗੱਲ ਆ। ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦਾ, ਤੁਹਾਡੀ ਗੱਲਾਂ 'ਚ ਗੱਲ ਨਿਕੜੀ ਦੁੱਧ ਤੋਂ ਹੀ। ਮੇਰਾ ਨਾ ਜੀ ਇੱਕ ਇੰਡੀਆ ਦੀ ਤੁਸੀਂ ਗੱਲ ਕੀਤੀ ਆ ਜੀ ਵੀ ਇੰਡੀਆ ਦੇ ਵਿੱਚ ਸਾਡੇ ਇੱਕ ਉੱਥੋਂ ਸਰਦਾਰ ਬੜੇ ਪੜ੍ਹੇ ਲਿਖੇ ਨਾ ਜੀ, ਉਹ ਹਕੀਮ ਹੈਗੇ ਆ, ਉਹਨਾਂ ਨੇ ਗੱਲ ਕੀਤੀ ਕਿ ਜਿਹੜਾ ਦੁੱਧ ਆ ਨਾ, ਹਾਂਜੀ, ਕੋਈ ਵੀ ਬੰਦਾ ਨਾ ਜਿਹੜਾ, ਉਹਨੂੰ 13 ਸਾਲ ਤੱਕ ਅਲਾਉਡ ਆ। ਅੱਛਾ, ਉਸ ਤੋਂ ਬਾਅਦ ਦੁੱਧ ਦੀ ਕੋਈ ਬਣੀ ਹੋਈ ਸ਼ੈ ਨਾ ਜਿਹੜੀ ਆ, ਉਹਨੂੰ ਅਲਾਉਡ ਹੀ ਨਹੀਂ ਹੈਗੀ। ਅੱਛਾ, ਲੈ ਵੀ ਤੂੰ ਉਹਨੇ ਇੱਕ ਨਵੀਂ ਸਾਇੰਸ ਆ, ਠੀਕ ਹੈ ਜੀ। ਦੂਸਰੇ ਨੰਬਰ ਦੇ ਉੱਤੇ ਉਹਨੇ ਇੱਕ ਸ਼ੂਗਰ ਦੀ ਇੱਕ ਮੇਰੇ ਨਾਲ ਗੱਲ ਕੀਤੀ, ਜਿੱਦਾਂ ਤੁਸੀਂ ਕਿਹਾ ਨਾ ਵੀ ਗੱਲ ਨੂੰ ਅੱਗੇ ਫੈਲਾਓ। ਹਾਂਜੀ, ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਅਗਰ ਜੇ ਤੁਹਾਨੂੰ ਨਾ ਸ਼ੂਗਰ ਦਾ ਕੋਈ ਮਰੀਜ਼ ਹੋਵੇ ਨਾ, ਤੁਹਾਡੇ ਹਿਸਾਬ ਚ ਆਵੇ, ਹਾਂਜੀ, ਉਹਨੂੰ ਆ ਮੇਰੀ ਗੱਲ ਉਹਦੇ ਤੱਕ ਪਹੁੰਚਾ ਦਿਓ ਤੇ ਮੇਰਾ ਇਹਨੂੰ ਨਾ ਸਦਕਾ ਸਮਝ ਲਿਓ। ਤੇ ਅਸੀਂ ਵੀ ਉਹ ਪਹੁੰਚਾ ਦਿੰਦੇ ਆ, ਕੋਈ ਟੈਸਟ ਕਰਕੇ ਦੇਖ ਲਵੇ, ਸਾਡਾ ਉਹਦੇ ਵਿੱਚ ਤਜਰਬਾ ਨਹੀਂ ਹੈਗਾ, ਲੇਕਿਨ ਮੈਂ ਗੱਲ ਕਰ ਦਿੰਦਾ। ਹਾਂਜੀ, ਉਹਨਾਂ ਨੇ ਕਿਹਾ ਕਿ ਜਾਮਣ ਦੁਨੀਆ ਦੇ ਉੱਤੇ ਅੱਲਾਹ ਪਾਕ ਨੇ ਇੱਕ ਐਸਾ ਫਲ ਬਣਾਇਆ ਜਿਹੜਾ ਸਿਰਫ 20 ਦਿਨਾਂ ਵਾਸਤੇ ਆਂਦਾ। ਜੇ ਕਿਧਰੇ ਪੂਰੇ ਸਾਲ ਵਾਸਤੇ ਆ ਜਾਂਦਾ ਨਾ, ਤੇ ਤੁਹਾਨੂੰ ਬਿਮਾਰੀ ਦੁਨੀਆ ਦੀ ਕੋਈ ਨਹੀਂ ਹੋਣੀ ਸੀ ਬੰਦੇ ਦੇ ਜਿਸਮ ਦੇ ਵਿੱਚ। ਹਾਂਜੀ, ਉਹਨਾਂ ਨੇ ਕਿਹਾ ਤੁਸੀਂ ਜਾਮਣਾ ਲੈ ਲੈਣੀਆਂ। ਅੱਛਾ ਜੀ, ਜਾਮਣਾ ਨੂੰ ਲੈ ਕੇ ਉਹਨਾਂ ਨੂੰ ਭਿਉਂ ਦੇਣਾ। ਸਹੀ, ਠੀਕ ਹੈ ਜੀ। ਫਿਰ ਉਹਦੇ ਚ ਕੋਈ ਮਧਾਣੀ ਫੇਰ ਕੇ ਉਹਦਾ ਉਹ ਕਰ ਦੇਣਾ। ਗੁਠਲੀਆਂ ਲੈ ਲੈਣੀਆਂ, ਗੁਠਲੀਆਂ ਨੂੰ ਤੁਸੀਂ ਧੁੱਪੇ ਸੁਕਾ ਲੈਣਾ। ਕਿੱਥੇ ਸੁਕਾਣਾ? ਧੁੱਪੇ ਸੁਕਾ ਕੇ ਉਹਦੇ ਉੱਤੋਂ ਉਹਦਾ ਛਿਲਕਾ ਲਾ ਦੇਣਾ। ਠੀਕ ਹੈ, ਛਿਲਕਾ ਲਾ ਕੇ ਉਹਨੂੰ ਤੁਸੀਂ ਕੁੱਟ ਲੈਣਾ। ਠੀਕ ਹੈ, ਅੱਧੀ ਚਮਚੀ ਤੁਸੀਂ ਨਾ ਜੀ ਡੇਲੀ ਇਹ ਤੁਸੀਂ ਲੈਣੀ ਆ, ਤੇ ਇਨਸੂਲਿਨ ਦਾ ਕੰਮ ਕਰੂਗੀ। ਜਿਹੜੇ ਬੰਦੇ ਨੂੰ ਇਨਸੂਲਿਨ ਵੀ ਲੱਗੀ ਹੋਈ ਆ, ਉਹਦੇ ਵਾਸਤੇ ਵੀ ਹੋਰ। ਅੱਛਾ, ਜਿਹੜੇ ਲੋਧੀ ਸਾਹਿਬ ਆ ਨਾ, ਉਹਨਾਂ ਕੋਲ ਵੀ ਜ਼ਿਆਦਾ ਲੋਕ ਜਿਹੜੇ ਆ ਨਾ, ਇਹ ਸ਼ੂਗਰ ਵਾਲੀ ਉਹ ਇਨਸੂਲਿਨ ਲਗਵਾ ਰਹੇ ਹੁੰਦੇ ਆ, ਤੇ ਉਹਨਾਂ ਕੋਲ ਬਹੁਤ ਸਾਰੇ ਬੰਦੇ ਉਹ ਕਹਿ ਰਹੇ ਜੀ ਮੇਰੇ ਕੋਲ, ਮੇਰਾ ਖਿਆਲ ਹੈ ਕਹਿੰਦਾ ਹਜ਼ਾਰੋਂ ਐਸੀ ਵੀਡੀਓਜ਼ ਮੌਜੂਦ ਆ ਜਿਹੜੇ ਸ਼ੂਗਰ ਦੇ ਬੰਦਿਆਂ ਨੂੰ ਮੈਂ ਕਿਉਂ ਜੀ ਡਾਕਟਰ ਸਾਹਿਬ ਤੁਹਾਡੇ ਕੋਲ ਜ਼ਿਆਦਾ ਸਟੈਟਸ ਉਹਨਾਂ ਦੇ? ਸ਼ੂਗਰ ਜ਼ਿਆਦਾ ਲੋਕ ਸ਼ੂਗਰ ਵਾਲੇ ਆਉਂਦੇ ਆ, ਲੇਕਿਨ ਹੋਰ ਹਰ ਬਿਮਾਰੀ ਵਾਲੇ ਲੋਕ ਆਉਂਦੇ ਆ, ਔਰ ਸਾਰੇ ਅਗਰ ਐਕਟ ਅਪਨ ਕਰਨ। ਹਾਂਜੀ, ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹਨਾਂ ਦਾ ਡਾਈਟ ਪਲਾਨ ਤੇ ਮੁਸਤਕਿਲ ਮਿਜ਼ਾਜੀ ਨਾਲ ਨਾ ਬੰਦੇ ਕੋਲ ਐਕਟ ਅਪਨ ਨਹੀਂ ਹੁੰਦਾ। ਮਸਲਾ ਇੱਥੇ ਬਣਦਾ। ਹੁਣ ਅਸੀਂ ਵੀ, ਮੈਂ ਭਾਵੇਂ ਫਾਈਨੈਂਸ਼ੀਅਲ ਪ੍ਰੋਬਲਮ, ਸਭ ਤੋਂ ਅਹਿਮ ਗੱਲ ਤਾਂ ਇਹੀ ਹੈ ਆਮ ਬੰਦੇ ਵਾਸਤੇ ਕਿ ਉਹਨੂੰ ਫਾਈਨੈਂਸ਼ੀਅਲ ਪ੍ਰੋਬਲਮ ਹੁੰਦਾ, ਉਹ ਗੋਸ਼ਤ ਨਹੀਂ ਖਾ ਸਕਦਾ, ਡਾਈਟ ਪਲਾਨ ਨਹੀਂ ਕਰ ਸਕਦਾ। ਫਿਰ ਹੋਰ ਕਈ ਵਜੂਹਾਤ ਹੋ ਸਕਦੀਆਂ, ਬਾਜ਼ਕਾਤ ਘਰ ਦੇ ਸਿਸਟਮ ਇਦਾਂ ਦੇ ਹੁੰਦੇ ਆ, ਸੋਸ਼ਲ ਲਾਈਫ ਇੰਜ ਦੀ ਆ, ਸੋਸ਼ਲ ਲਾਈਫ ਇੰਜ ਦੀ ਆ, ਉਹਨੂੰ ਨਹੀਂ ਮਿਲ ਸਕਦਾ ਉਹ। ਤੇ ਬਾਕੀ ਜਿਹੜੇ ਅਫੋਰਡ ਕਰ ਸਕਦੇ ਆ ਨਾ, ਉਹਨਾਂ ਵਾਸਤੇ ਤਾਂ ਉਹ ਬਿਹਤਰੀਨ ਇਲਾਜ। ਅੱਛਾ, ਇੱਕ ਜਿਸ ਤਰ੍ਹਾਂ ਉਹ ਗੱਡੀ ਨੂੰ ਤਾਂ ਨਜ਼ਰ ਮਾਰ ਕੇ ਅੱਜ ਗਿਆ, ਰੋਟੀ ਨੂੰ ਬੰਦ ਕਰਦੇ ਆ ਨਾ, ਇਸ ਤਰ੍ਹਾਂ ਇੰਡੀਆ 'ਚ ਇੱਕ ਡਾਕਟਰ ਖਾਦਰ ਸਾਹਿਬ ਆ, ਉਹ ਵੀ ਕਹਿੰਦੇ ਆ ਕਿ ਇਹ ਜਿਹੜਾ ਪਿਛਲੇ ਜਿਹੜੇ 70 ਕੁ ਸਾਲ ਆ ਨਾ, ਇਹਦੇ 'ਚ ਜਿਹੜੀਆਂ ਬਿਮਾਰੀਆਂ ਦੀ ਵਜੂਹਾਤ ਹੈ ਨਾ, ਉਹ ਵੀ ਪੈਸਟੀਸਾਈਡ, ਖਾਦਾਂ, ਤੇ ਇੱਕ ਆ ਜਿਹੜਾ ਕ੍ਰਾਸ ਬਰੀਡਿੰਗ ਵਾਲੇ ਜਿਹੜੇ ਐਨੀਮਲ, ਉਹਨਾਂ ਦਾ ਦੁੱਧ,
ਤੇ ਇੱਕ ਇਹ ਚੀਜ਼ ਗੰਦਮ ਦਾ ਜਿਹੜਾ ਹਾਈਬ੍ਰਿਡ ਬੀਜ ਜਿਹੜੇ ਆ, ਕਿਉਂਕਿ ਇਹ ਹਾਈਬ੍ਰਿਡ ਬੀਜ ਆ ਨਾ ਜਿਹੜਾ ਗੰਦਮ ਦੇ ਹੁਣ, ਤੇ ਉਹਦੇ ਚ ਉਹ ਬਾਜਰੇ ਨੂੰ ਨਾ ਉਹ ਕਰਦੇ ਆ, ਕਹਿੰਦੇ ਕਿ ਬਾਜਰਾ ਜਿਹੜਾ ਵਾ ਨਾ ਉਹ ਯੂਜ਼ ਬਾਜਰਾ, ਬਲਕਿ ਬਾਜਰੇ ਨੂੰ ਦਾ ਨਾ ਪਿਛਲੇ 1 ਸਾਲ ਇੰਡੀਆ 'ਚ ਸੀ ਹੋਇਆ, ਉਸ ਤੋਂ ਪਿਛਲੇ ਸਾਲ ਅਕਵਾਮੀ ਮੁਤੱਹਦਾ ਦਾ ਵੀ ਬਾਜਰੇ ਦਾ ਸਾਲ ਮਨਾਇਆ ਗਿਆ। ਉਹ ਕਹਿੰਦੇ ਕਿ ਜਿਹੜੇ ਚੰਗੇ ਗ੍ਰੇਨ ਆ ਨਾ ਉਹਨਾਂ 'ਚ ਕੈਨਵਾ ਤੇ ਬਾਜਰਾ ਤੇ 1-2 ਹੋਰ, ਤੇ ਜਿਹੜੇ ਚਾਵਲ ਮੱਕੀ ਤੇ ਗੰਦਮ ਵਗੈਰਾ ਵਾ ਨਾ ਇਹ ਬੜੇ ਲੋ ਲੈਵਲ ਦੇ ਯਾਨੀ ਕਿ ਜਿਹੜੇ ਆ ਨਾ। ਸਹੀ ਗੱਲ ਹੈ, ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਰਾਣਾ ਸਾਹਿਬ ਨੇ ਜਿੱਦਾਂ ਗੱਲ ਕੀਤੀ ਨਾ, ਸਾਡੇ ਜਿਸਮ ਦੇ ਜਿਹੜੀ એનર્ਜੀ ਹੈ ਨਾ ਜੀ, ਹਾਂਜੀ ਪ੍ਰੋਫੈਸਰ ਸਾਹਿਬ ਜੀ ਜੀ ਤੁਸੀਂ ਪੜ੍ਹੇ ਲਿਖੇ ਬੰਦੇ ਆ, ਸਾਬਣ ਸ਼ੈਂਪੂ ਇਹ ਸਾਡੀ ਜਿਸਮ ਦੀ એનર્ਜੀ ਨੂੰ ਜੀ ਨੇ 1 ਸੈਕਿੰਡ ਦੇ ਵਿੱਚ ਡਾਊਨ ਕਰ ਦਿੰਦਾ। 1 ਸੈਕਿੰਡ ਦੇ ਵਿੱਚ ਬੰਦਾ ਠੰਡਾ ਜਿਹਾ ਹੋ ਜਾਂਦਾ। 1 ਸੈਕਿੰਡ 'ਚ ਤੁਸੀਂ ਫਰਜ਼ ਕਰੋ ਬਾਜ਼ੂ ਤੁਸੀਂ ਇੰਜ ਕੀਤਾ ਹੈ ਨਾ, ਤੁਹਾਡਾ ਤੁਸੀਂ ਕੋਈ ਬੰਦਾ ਇਹਨੂੰ ਦਬਾ ਨਹੀਂ ਸਕਦਾ। ਤੁਸੀਂ ਜਾਂ ਸਾਬਣ ਸੁੰਘੋਗੇ ਨਾ, ਬੰਦਾ ਉਹ ਤੁਹਾਡੀ ਬਾਜ਼ੂ 1 ਸੈਕਿੰਡ 'ਚ ਥੱਲੇ ਕਰ ਦੇਗਾ, ਆਰਾਮ ਨਾਲ ਇੰਜ ਕਰਕੇ ਹੱਥ ਰੱਖ ਕੇ, ਇੰਨੀ ਜਲਦੀ ਅਸਰ ਕਰਦਾ। ਹੁਣ ਸਵਾਲ ਪੈਦਾ ਹੁੰਦਾ ਵੀ ਪਹਿਲਾਂ ਵੀ ਤਾਂ ਲੋਕ ਸਾਬਣ ਇਸਤੇਮਾਲ ਕਰਦੇ ਰਹੇ ਹਨ। ਪਹਿਲਾਂ ਲੋਕ ਪਾਣੀ ਤਾਂਬੇ ਦੇ ਉਹਦੇ ਵਿੱਚ ਪੀਂਦੇ ਸੀਗੇ, ਤਾਂਬੇ ਦੇ ਬਰਤਨਾਂ 'ਚ। ਤੁਸੀਂ ਅੱਜ ਵੀ ਆ ਤਾਂਬਾ ਕੀ ਕਹਿੰਦੇ ਕਾਪਰ ਦਾ ਜਿਹੜਾ ਬਰਤਨ, ਹਾਂਜੀ ਤੁਸੀਂ ਜਿਹਨੂੰ ਪਿੱਤਲ ਕਹਿੰਦੇ ਸੀ ਅਸੀਂ। ਹਾਂ ਤਾਂਬਾ ਹੋਰ ਹੈ। ਤਾਂਬਾ ਹੋਰ ਆ। ਤਾਂਬਾ ਉਹ ਹੈ ਪਿੱਤਲ ਭਰਤਾ, ਹਾਂ ਤਾਂਬਾ ਖਾਲਸ ਦਾ, ਹਾਂ ਤਾਂਬਾ ਉਹ ਹੈ। ਨਹੀਂ ਤਾਂਬਾ ਸੋਨਾ। ਜਿਹੜੇ ਸਾਡੇ ਬਜ਼ੁਰਗਾਂ ਦੇ ਕੋਲ ਪੁਰਾਣੇ ਬਰਤਨ ਹੁੰਦੇ ਸੀ ਉਹ ਪਿੱਤਲ ਦੇ, ਅਸੀਂ ਉਹਨਾਂ ਨੂੰ ਕਹਿੰਦੇ ਸੀ। ਨਹੀਂ ਤਾਂਬਾ ਉਹ ਤਾਂਬਾ ਲੈਦਾ ਸੀ, ਪਿੱਤਲ ਹੋਰ ਚੀਜ਼ ਆ। ਉਹ 2 ਧਾਤਾਂ ਮਿਲਾ ਕੇ ਪਿੱਤਲ ਬਣਦਾ ਸੀ। ਇਹ ਸਟੀਲ ਤੇ ਜਿਹੜਾ ਆਹ ਪਿੱਤਲ ਆ, ਇਹ ਇਹਦਾ ਤੁਹਾਡੇ ਜਿਸਮ ਉੱਤੇ ਕੋਈ ਇਫੈਕਟ ਨਹੀਂ ਹੁੰਦਾ। ਠੀਕ ਹੈ। ਸਟੀਲ ਦਾ ਵੀ ਤੇ ਇਹਦਾ ਵੀ, ਤਾਂਬੇ ਦਾ ਤੇ ਸੋਨੇ ਦਾ ਬੰਦੇ ਦੇ ਜਿਸਮ ਦੇ ਉੱਤੇ ਅੱਜ ਗੱਲਾਂ ਹੀ ਇਹੋ ਜਿਹੀਆਂ ਛਿੜ ਪਈਆਂ। ਤੁਸੀਂ ਸੋਨੇ ਦੇ ਉਹਦੇ ਵਿੱਚ ਸੋਨੇ ਦੀ ਗੁੱਠੀ ਚੈਨ ਪਾਣੀ 'ਚ ਦੁੱਧ 'ਚ ਰਾਤ ਨੂੰ ਭੇਜ ਦਿਓ ਤੇ ਸਵੇਰ ਤੁਸੀਂ ਉਹ ਪੀ ਲਓ ਤੇ ਆਪਣੀ એનર્ਜੀ ਚੈੱਕ ਕਰ ਲਿਓ। ਸਹੀ। ਸਿਰਫ ਇੰਨਾ ਪੱਗਰੋਂ ਪੱਗਰ ਹੋ ਗਏ ਆ ਜੀ ਅਸੀਂ। ਤੇ ਇੱਕ ਰਹਿ ਗਿਆ ਹਾਲੇ, ਇਹਨੂੰ ਬੰਦ ਕਰ ਦੇ 1 ਮਿੰਟ, ਆ ਜਾ ਜਰਾ ਸਾਨੂੰ ਗਾਣਾ ਸੁਣਾ। ਹਾਂ ਗਾਣਾ ਗਾਣਾ ਨੇ ਤੁਹਾਡੀ ਲਾਟ ਲੈਣਾ ਇੱਕ ਹਵਾਤਾ। ਲਓ ਜੀ, ਉਹ ਜੱਗਾ ਜੀ ਕਹਿ ਰਿਹਾ ਜੀ, ਅਮਜਦ ਸਾਹਿਬ ਕਹਿ ਰਿਹਾ ਵੀ ਮੈਨੂੰ ਲੈਟ ਨੇ ਘੁਮਾਤਾ, ਨੀਂਦਰ ਆ ਰਹੀ ਆ। ਤੇ ਚਲੋ ਬਹਰਾਲ ਬਾਅਦ ਵਿੱਚ ਫਿਰ ਕਦਾ ਕਰਾਂਗੇ। ਹਾਂਜੀ ਠੀਕ ਆ, ਤੂੰ ਥੋੜਾ ਹੋਰ ਸੈੱਟ ਹੋ ਲਾ। ਹਾਂਜੀ ਹੈ ਤਾਂ 10 ਮੂਡ। ਲਓ ਜੀ ਅੱਜ ਵੀ ਰਹਿਣ ਦਿਓ। ਚਲੋ ਫਿਰ ਥੋੜਾ ਦੇਖਿਆ ਨੇੜੇ ਗੇਟ ਸ਼ੇਟ ਤਾਂ ਨਹੀਂ ਖੁੱਲਾ? ਠੀਕ ਹੈ ਜੀ ਫਿਰ। ਨਹੀਂ ਕੱਲ ਤਾਂ ਤਾਂਬੇ ਵਾਲੀ ਜਿਹੜੀ ਅੱਛਾ ਤਾਂਬੇ ਵਾਲੀ ਦੇ ਕਰ ਰਹੇ ਤੁਸੀਂ। ਆ ਮੈਂ ਤਾਂ ਇਹ ਤੁਹਾਡੇ ਤੱਕ ਜੀ ਆਪਣੀ ਆ ਤਾਂਬੇ ਵਾਲੀ ਤੇ ਸੋਨੇ ਵਾਲੀ ਗੱਲ ਪਹੁੰਚਾਤੀ ਆ। ਇੰਨਾ ਮੇਰਾ ਉਹ ਨਹੀਂ ਹੈ, ਬਾਕੀ ਰਾਣਾ ਸਾਹਿਬ ਇਹਦੇ ਉੱਤੇ ਜੇ ਕੋਈ ਗੱਲ ਕਰਨਾ ਚਾਹਣ, ਡਾਕਟਰ ਸਾਹਿਬ ਵੀ ਬੈਠੇ ਆ। ਜਿਹੜੇ ਆ ਨਾ, ਕੋਈ ਵੀ ਚੀਜ਼ ਜਿਹੜੀ ਵੀ ਚੀਜ਼ ਪਾਈ ਜਾਂਦੀ ਆ, ਹੁਣ ਜਿਹੜਾ ਪਾਣੀ ਘੜੇ 'ਚ ਪਾਇਆ ਜਾਂਦਾ ਵਾ ਨਾ ਮਿੱਟੀ 'ਚ, ਉਹਦੀ ਪਾਣੀ ਦੀ ਪਿਉਰੀਫਿਕੇਸ਼ਨ ਹੋ ਜਾਂਦੀ ਆ। ਕਿਉਂਕਿ ਮਿੱਟੀ 'ਚ ਵੀ ਇਹ ਹੈ ਚੀਜ਼ ਕਿ ਉਹ ਬਹੁਤ ਸਾਰੀ ਕਸਾਫਤਾਂ ਜਿਹੜੀਆਂ ਵਾ ਨਾ ਉਹਨਾਂ ਐਂਟੀਬਾਇਓਟਿਕ ਰੋਕ ਲੈਂਦੀ ਆ। ਇਸ ਤਰ੍ਹਾਂ ਹੀ ਜਿਹੜਾ ਤਾਂਬਾ ਵਾ ਨਾ, ਇਹਦੇ 'ਚ ਤਾਂਬੇ ਦੀ ਵੀ ਇਨਸਾਨ ਨੂੰ ਜ਼ਰੂਰਤ ਹੁੰਦੀ ਆ। ਉਹ ਤਾਂਬਾ ਕਿਸ ਤਰ੍ਹਾਂ, ਯਾਨੀ ਕਿ ਜਦੋਂ ਉਹ ਯੂਜ਼ ਹੋਏਗਾ ਤੇ ਤਾਂਬਾ ਜਾਏਗਾ ਨਾ। ਮਲਟੀ ਵਿਟਾਮਿਨਸ ਸਰ ਉਹ ਕਾਪਰ ਦੀ ਮਿਕਦਾਰ ਪਾਈ ਜਾਂਦੀ ਹੈ ਨਾ ਵਿੱਚ। ਹਾਂਜੀ ਮਲਟੀ ਵਿਟਾਮਿਨ ਜਿਹੜੀ ਟੈਬਲੇਟਸ ਹੁੰਦੀਆਂ ਨਾ, ਉਹਦੇ 'ਚ ਲਿਖਿਆ ਹੁੰਦਾ ਕਾਪਰ ਇੰਨੇ %। ਹਾਂਜੀ। ਤੇ ਪੁਰਾਣੇ ਲੋਕ ਜਿਹੜੇ ਆ ਨਾ, ਉਹ ਤਾਂਬੇ ਦੇ ਬਰਤਨਾਂ 'ਚ ਖਾਂਦੇ ਸੀ ਤੇ ਉਹਨਾਂ ਦੀ ਜਵਾਨੀ ਕਾਇਮ ਰਹਿੰਦੀ ਸੀ। ਇਹ ਜਿਹੜਾ ਜੀ ਸਾਨੂੰ 1 ਮਿੰਟ ਦੇ ਵਿੱਚ ਜਿਹਨਾਂ ਚੀਜ਼ਾਂ ਨਾਲ એનર્ਜੀ ਘਟਦੀ ਸੀ ਨਾ, ਇਹਨਾਂ ਦੇ ਇਹ 19 ਸੈਕਿੰਡ 'ਚ ਇਹਦੇ 'ਚ ਨਾਲ ਵੱਧਦੀ ਵੀ ਸੀ। ਹਾਂ ਇਹ ਤਾਂ ਉਹ ਆ। ਇਹ ਜਾਮਣ ਵਾਲੀ ਗੱਲ ਵੀ ਮੈਂ ਅੱਗੇ ਵਧਾਵਾਂਗਾ। ਅੱਛਾ ਵਧਾਓ ਜੀ। ਮੈਂ ਇੱਕ ਵਾਕਿਆ ਪੜਿਆ ਕਿਤਾਬ ਵਿੱਚ। ਉਹਨੇ ਕਿਹਾ ਵੀ ਕੋਈ ਮਰੀਜ਼ ਆਇਆ ਕਿਸੇ ਹਕੀਮ ਕੋਲ, ਤੇ ਉਹਨਾਂ ਨੇ ਕਿਹਾ ਬੜੀ ਬੁਰੀ ਹਾਲਤ ਸੀ ਉਹਦੀ। ਉਹਨਾਂ ਨੇ ਕਿਹਾ ਵੀ ਇੰਨੇ ਨਹੀਂ ਬਚਣਾ ਹੈ। ਅੱਛਾ ਜੀ। ਹੈ ਤੇ ਉਹ ਮਾਯੂਸ ਹੋ ਗਏ ਤੇ ਉਹਨਾਂ ਨੇ ਨਾ ਕਿਤੇ ਜਾਮਣ ਦੇ ਥੱਲੇ ਨਾ ਉਹਦਾ ਮੰਜਾ ਡਾਤਾ। ਉਹਨੇ ਕਿਹਾ ਮਰ ਤੇ ਜਾਣਾ ਮੈਂ ਇੱਥੇ ਹੀ, ਹੋਰ ਕਿਤੇ ਵੀ ਨਹੀਂ ਜਿਹੜਾ ਵਾ ਨਾ। ਉਹ ਬੰਦੇ ਨੇ ਕੋਈ 15-20 ਦਿਨ ਨਾ ਜਿਹੜਾ ਵਾ ਉੱਥੇ ਹੀ ਬਸ ਜਾਮਣ ਤੋਂ ਇਲਾਵਾ ਕੋਈ ਸ਼ੈ ਨਹੀਂ ਖਾਧੀ। ਤੇ ਕੁਛ ਦਿਨ ਬਾਅਦ ਨਾ ਆਏ ਹਕੀਮ ਸਾਹਿਬ, ਤੇ ਬੰਦਾ ਜਿਹੜਾ ਵਾ ਨਾ ਠੀਕ ਸੀ। ਉਹ ਬੰਦਿਆਂ ਨੇ ਕਿਹਾ ਵੀ ਹਕੀਮ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਬੰਦੇ ਨੇ ਦਿਨ ਕੋਈ ਨਹੀਂ ਕੱਢਣੇ ਹੈ। ਤੇ ਉਹਨੇ ਕਿਹਾ ਵੀ, ਉਹਨਾਂ ਨੇ ਪੁੱਛਿਆ, ਉਹਨੇ ਕਿਹਾ ਮੈਂ ਇਸ ਕਰਕੇ ਕਿਹਾ ਸੀ ਵੀ ਇਹ
ਵੀ ਇਹਦਾ ਇਲਾਜ ਤਾਂ ਇਹੀ ਸੀ ਹੈ, ਲੇਕਿਨ ਇੰਨੇ ਦਿਨ ਸਵਾਏ ਜਾਮਣ ਤੋਂ ਕਿਸੇ ਹੋਰ ਚੀਜ਼ ਤੇ ਗੁਜ਼ਾਰਾ ਕਰਨਾ ਮੇਰੇ ਖਿਆਲ 'ਚ ਵੀ ਇਹਦੇ ਲਈ ਨਾਮੁਮਕਿਨ ਸੀ ਵੀ ਸਿਰਫ ਕੱਲੀ ਜਾਮਣ ਹੀ ਖਾਏ। ਤੇ ਉਹਨੇ ਕਿਹਾ ਵੀ ਜਦੋਂ ਇਹਨੇ ਇੰਨੇ ਅਰਸੇ ਜਾਮਣ ਖਾ ਲਈ ਨੇ ਤੇ ਇਹਦੀ ਬਿਮਾਰੀ ਜਿਹੜੀ ਹੈ ਨਾ ਖਤਮ ਹੋ ਗਈ। ਜਾਮਣ ਨਾ ਜੀ ਬਹੁਤ ਬਹੁਤ ਉਹ ਆ ਇਹਦੇ ਬਾਰੇ 'ਚ ਨਾ ਜੀ ਹੋਮਿਓਪੈਥਿਕ ਇੱਕ ਮੈਡੀਸਨ ਹੈਗੀ ਆ, ਉਹਨੂੰ ਕਹਿੰਦੇ ਆ ਸਾਈਜ਼ੀਅਮ ਜੈਂਬੂਲੇਨਮ, ਹੋਮਿਓਪੈਥਿਕ। ਉਹ ਸ਼ੂਗਰ ਦੇ ਪੇਸ਼ੈਂਟ ਨੂੰ ਉਹ ਕਰੂਡ ਫਾਰਮ 'ਚ, ਉਹਨੂੰ ਕਹਿੰਦੇ ਕਿਊ ਫਾਰਮ 'ਚ ਦਿੱਤੀ ਜਾਂਦੀ ਹੈ, ਔਰ ਉਹ ਸ਼ੂਗਰ ਵਾਸਤੇ ਦਿੱਤੀ ਜਾਂਦੀ ਹੈ। ਮਤਲਬ ਜਾਮਣ ਸ਼ੂਗਰ ਦੇ ਹਵਾਲੇ ਨਾਲ ਇੰਨੀ ਇੰਪੋਰਟੈਂਟ ਸੀ। ਅੱਛਾ, ਫਿਰ ਮੈਟਲ ਦਾ ਅਸਰਾਤ ਜਿਹੜੇ ਆ ਨਾ ਉਹ ਇਹ ਆ ਕਿ ਇੱਕ ਬੰਦਾ ਆਇਆ ਹਕੀਮ ਕੋਲ, ਉਹਨਾਂ ਨੇ ਕਿਹਾ ਜੀ ਇਹਨੂੰ ਵੀ ਤੂੰ ਨਾ ਜੂਆ ਖੇਡਣਾ ਬੰਦ ਕਰ ਦੇ, ਤੂੰ ਠੀਕ ਹੋ ਜਾਏਗਾ। ਉਹ ਹਕੀਮ ਦੇ ਨਾਲ ਜਿਹੜਾ ਬੰਦਾ ਬੈਠੇ ਸੀ ਉਹਨਾਂ ਨੇ ਕਿਹਾ ਜੀ ਇਹਦਾ ਜੂਏ ਨਾਲ ਕਿਆ ਤਾਲੁਕ ਆ। ਉਹਨਾਂ ਨੇ ਕਿਹਾ ਕਿ ਇਹਦੇ ਜਿਹੜੀ ਅਲਾਮਤ ਆ ਨਾ ਉਹਦੇ ਚ ਸਿਲਵਰ ਜਾਂ ਕੋਈ ਹੋਰ ਜਾਨੀ ਕਿ ਜਿਹੜਾ ਸਿੱਕਾ ਉਸ ਦੌਰ 'ਚ ਚੱਲਦਾ ਸੀ ਵੀ ਉਹ ਜ਼ਿਆਦਾ ਵਾ ਹੈ। ਉਹਨੇ ਕਿਹਾ ਜੁਹਾਰੀਆਂ ਦੀ ਆਦਤ ਹੁੰਦੀ ਆ ਕਿ ਉਦੋਂ ਪੁਰਾਣੇ ਦੌਰ ਦੀ ਗੱਲ ਆ ਕਿ ਉਹ ਇੱਕ ਅੱਧਾ ਸਿੱਕਾ ਨਾ ਜੀਭ ਥੱਲੇ ਰੱਖਦੇ ਸੀ ਹੈ। ਅਸੀਂ ਵੀ ਛੋਟੇ ਹੁੰਦੇ ਪੈਸੇ ਜੇਬ ਮੂੰਹ 'ਚ ਪਾ ਲਈਦੇ। ਹਾਂ, ਉਹਨੇ ਕਿਹਾ ਵੀ ਇਹ ਜੁਹਾਰੀ ਜਿਹੜੇ ਆ ਨਾ ਜ਼ਿਆਦਾ ਉਹ ਰੱਖਦੇ ਆ ਤੇ ਇਹਨਾਂ ਦੇ ਅੰਦਰ ਨਾ ਉਹ ਮੈਟਲ ਜਿਹੜੀ ਆ ਨਾ ਉਹਦੀ ਮਿਕਦਾਰ ਜ਼ਿਆਦਾ ਹੋ ਗਈ ਆ ਤੇ ਇਹਦੀ ਵਜ੍ਹਾ ਤੋਂ ਇਹਨਾਂ ਦੀ ਨਾ ਹਾਲਤ ਖਰਾਬ ਹੋਈ ਆ। ਇਹ ਅਸਲ 'ਚ ਹੈ ਕਿਆ ਵਾ, ਜਿਹੜਾ ਇਨਸਾਨੀ ਜਿਸਮ ਆ ਨਾ ਉਹ ਕੁਛ ਸਾਲਟ ਆ ਤੇ ਕੁਛ ਜਿਹੜੇ ਮਿਨਰਲ ਮੈਟਲ ਆ ਉਹਨਾਂ ਦਾ ਹੀ ਕੰਬੀਨੇਸ਼ਨ ਆ ਨਾ। ਜੇ ਉਹ ਘੱਟ ਵੱਧ ਹੋ ਜਾਣ ਤੇ ਵਿਗਾੜ ਪੈਦਾ ਹੋ ਜਾਂਦਾ। ਦੇਖੋ ਸਾਡੇ ਨਾ ਜੀ ਘਰਾਂ ਦੇ ਵਿੱਚੋਂ ਜਿਹੜਾ ਕਾਪਰ ਤੇ ਤਾਂਬੇ ਦਾ ਬਰਤਨ ਆ ਨਾ ਉਹ ਲੱਭ ਕੇ ਲਿਆ ਗਿਆ। ਹਾਂਜੀ, ਖਰੀਦਿਆ ਗਿਆ ਬਕਾਇਦਾ। ਉਹ ਖਰੀਦਿਆ ਗਿਆ ਬਕਾਇਦਾ ਇੱਕ ਪਲੈਨਿੰਗ ਦੇ ਤਹਿਤ ਵੀ ਇੱਥੋਂ ਬਿਮਾਰੀਆਂ ਇਹ ਵੜਨੀਆਂ ਕਿਵੇਂ ਆ ਘਰ। ਸੰਨ ਲਾਈਗੀ ਸੋਨਾ ਤੇ ਤਾਂਬਾ, ਜਿਹਦੇ ਘਰ ਇੱਕ ਗੁੱਠੀ ਵੀ ਪਈ ਆ ਨਾ ਜੀ, ਉਹਨੂੰ ਚਾਹੀਦਾ ਕਿ ਉਹਨੂੰ ਪਾਣੀ 'ਚ ਜਾਂ ਦੁੱਧ 'ਚ ਰਾਤ ਨੂੰ ਨਾ ਜੀ ਉਹਨੂੰ ਸਿੱਟ ਦੇਵੇ, ਬਲਕਿ ਸਵੇਰ ਨੂੰ ਐਡੀ ਗੁੱਠੀ ਵੀ ਚਮਕਦਾਰ ਹੋਊਗੀ, ਉਹਨੂੰ ਜਦੋਂ ਸਾਫ਼ ਕਰਕੇ ਤੁਸੀਂ ਰੱਖੋਗੇ ਹੈ ਉਹਦੀ ਵੀ ਧਲਾਈ ਹੋਗੀ। ਲੇਕਿਨ ਤੁਹਾਡੇ ਜਿਸਮ ਵਾਸਤੇ ਸੋਨੇ ਵਾਲਾ ਪਾਣੀ ਪੀਂਦਾ। ਹਾਂਜੀ, ਸੋਨੇ ਦਾ ਪਾਣੀ ਤੇ ਤਾਂਬੇ ਦੇ ਬਰਤਨ ਹੁੰਦਾ ਸੀ ਸੋਨੇ ਦਾ ਕੁਛ ਹੁਕਮਾ ਜਿਹੜੇ ਸੋਨੇ ਤੇ ਚਾਂਦੀ ਦਾ ਉਹ ਜਿਹੜੇ ਵਰਕ ਹੈ ਉਹ ਮਠਿਆਈ ਤੇ ਵੀ ਲੱਗਦੇ ਸੀ। ਇਹ ਤਾਂ ਹੁਣ ਪਤਾ ਨਹੀਂ ਕਾਹਦੇ ਰਹਿ ਗਏ ਜੀ, ਇਹ ਤਾਂ ਹੁਣ ਰਹੇ ਨਹੀਂ ਨਾ ਸੋਨੇ ਉਹ ਹਕੀਮ ਜਿਹੜੇ ਆ ਵਿੱਚ ਦਿੰਦੇ ਸੀ ਉਹ। ਹਾਂ ਬਿਲਕੁਲ। ਕੋਈ ਵੀ ਸਿਲਵਰ ਦੇ ਬਾਰੇ ਚ ਵੀ ਤਾਂ ਇਸੇ ਲਈ ਫਿਰ ਕਹਿੰਦੇ ਨਾ ਕਿ ਮਨਾ ਸਿਲਵਰ ਨਹੀਂ ਠੀਕ। ਸਿਲਵਰ ਦੇ ਬਾਰੇ ਚ ਇਹ ਹੈ ਕਿ ਸਿਲਵਰ ਜਿਹੜਾ ਉਹ ਸਿਹਤ ਦੇ ਹਵਾਲੇ ਨਾਲ ਠੀਕ ਨਹੀਂ ਹੈ। ਸਿਲਵਰ ਦੇ ਬਾਰੇ ਚ ਇਹੀ ਸਿਲਵਰ ਦੇ ਬਰਤਨਾਂ ਨੂੰ ਇਸਤੇਮਾਲ ਨਾ ਕਰੋ। ਹਾਂਜੀ, ਤੇ ਇਸੇ ਤਰ੍ਹਾਂ ਹੀ ਸਟੀਲ ਦਾ ਵੀ ਸਟੀਲ ਵੀ ਨਾ ਇਸਤੇਮਾਲ ਕਰੋ। ਇਹ ਸ਼ੀਸ਼ਾ, ਹਾਂਜੀ, ਮਿੱਟੀ ਤੇ ਤਾਂਬਾ, ਯਾਰ ਇਹ ਬੜੀ ਪਲੈਨਿੰਗ ਨਾਲ ਸਾਡੇ ਘਰਾਂ 'ਚ ਬਰਤਨ ਇਹ ਵਾੜੇ ਗਏ ਆ ਤੇ ਉਹ ਚੁੱਕੇ ਗਏ ਆ ਜਿਹੜੇ ਬਰਤਨ ਮਿੱਟੀ ਦੇ ਖਤਮ ਕੀਤੇ ਗਏ ਆ। ਕਹਿੰਦੇ ਕੁੱਤੇ ਨੂੰ ਮਾਰੋ ਪਹਿਲੇ ਜੇ ਚੋਰੀ ਕਰਨੀ। ਤਾਂਬੇ ਦੇ ਬਰਤਨਾਂ ਦਾ ਲੋਕਾਂ ਨੇ ਕਰਨਾ ਕੀ ਸੀਗਾ ਤੁਸੀਂ ਇਹ ਦੱਸੋ ਵੀ ਜੇ ਕਿਸੇ ਦੇ ਘਰ ਪਏ ਸੀ ਉਹਨਾਂ ਕੋਲੋਂ ਆ ਕੇ ਬੰਦੇ ਨੇ ਕੀਮਤਨ ਮੁੱਲ ਲੈ ਗਏ ਆ। ਉਹ ਕਾਪਰ ਬਹੁਤ ਮਹਿੰਗਾ ਜੀ ਇਸ ਟਾਈਮ। ਬਹਰਾਲ ਜੀ ਠੀਕ ਹੈ ਜੀ। ਹੁਣ ਹਾਂ ਬਿਲਕੁਲ। ਲੋ ਜੀ, ਅੱਜ ਦੀ ਵੀਡੀਓ ਜਿਹੜੀ ਆ ਉਹ ਸਾਡੀ ਪੂਰੀ ਹੋ ਗਈ। ਐਡੇ ਸੋਹਣੇ ਸੋਹਣੇ ਮੁਖੜਿਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਤੇ ਇਹ ਜਿਹੜੇ ਆ ਇਹ ਜਿਹੜੀ ਟੀਮ ਸੀ ਇਹ 6 ਮਹੀਨੇ ਜਾਂ ਸਾਲੀ ਬਸਾਲੀ ਇਕੱਠੀ ਹੋਣ ਵਾਲੀ ਟੀਮ ਆ ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਜਨਾਬ ਪ੍ਰੋਫੈਸਰ ਹਬੀਬੁੱਲਾ ਸਾਹਿਬ ਦੇ, ਜਿਨ੍ਹਾਂ ਨੇ ਆਪਣੇ ਇੰਨੇ ਕੀਮਤੀ ਵੇਲੇ ਦੇ ਵਿੱਚੋਂ ਸਾਡੇ ਵਾਸਤੇ ਆ ਜਿਹੜਾ ਵੇਲਾ ਕੱਢਿਆ ਜੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਆਖਰ ਦੇ ਉੱਤੇ ਜੀ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਤੇ ਸਾਡੇ ਪੰਜਾਬੀ ਬੈਸਟ ਫਾਰ ਆਵਰ ਟੀਮ ਦੇ ਵੱਲੋਂ ਜਨਾਬ ਜੀ ਰੱਬ ਰੱਖਾ।